ਸਿੰਗਾਪੁਰ ਟ੍ਰੇਨਿੰਗ ਦੇ ਲਈ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਸ ਨੂੰ ਸੀਐਮ ਮਾਨ ਨੇ ਚੰਡੀਗੜ੍ਹ ਤੋਂ ਕੀਤਾ ਰਵਾਨਾ। ਬੋਲੇ ਅੱਜ ਦੀ ਸਵੇਰ ਪੰਜਾਬ ਦੇ ਵਿੱਚ ਲਿਆਵੇਗੀ ਸਿੱਖਿਆ ਕ੍ਰਾਂਤੀ, ਸਾਡੇ ਕੋਲ ਟੈਲੈਂਟਡ ਟੀਚਰਾਂ ਦੀ ਨਹੀਂ ਕੋਈ ਕਮੀ। ਚੰਡੀਗੜ੍ਹ ਜ਼ਿਲ੍ਹਾ ਕੋਰਟ ਦੇ ਵਿੱਚ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਮਾਨ 2020 ਦੇ ਇੱਕ ਮਾਮਲੇ ਦੇ ਵਿੱਚ ਭੁਗਤੀ ਪੇਸ਼ੀ। ਸੀਐਮ ਕੋਠੀ ਦੇ ਬਾਹਰ ਧਰਨਾ ਦੇਣ ਤੇ ਦਰਜ ਹੋਇਆ ਸੀ ਕੇਸ। ਪਰਨੀਤ ਕੌਰ ਨੂੰ ਕਾਂਗਰਸ ਦੇ ਵਿੱਚੋਂ ਮੁਅੱਤਲ ਕਰਨ ਤੇ ਬੋਲੇ ਰਾਜਾ ਵੜਿੰਗ। ਪਰਨੀਤ ਕੌਰ ਨੇ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਲਈ ਭਾਜਪਾ ਲਈ ਕੀਤਾ ਕੰਮ। ਚੰਗਾ ਹੁੰਦਾ ਜੇ ਖੁਦ ਹੀ ਪਾਰਟੀ ਛੱਡ ਕੇ ਭਾਜਪਾ ਤੋਂ ਲੜਦੇ ਚੋਣ। ਬਠਿੰਡਾ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ 2 ਲੋਕਾਂ ਨੂੰ ਕੀਤਾ ਗ੍ਰਿਫਤਾਰ। ਮੁਲਜ਼ਮਾਂ ਦੇ ਕੋਲ 10 ਪਿਸਟਲ ਤੇ 39 ਕਾਰਤੂਸ ਬਰਾਮਦ। ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਕਰਦੇ ਸਨ ਸਪਲਾਈ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋਤ ਸੰਧੂ। ਤਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਜਲੰਧਰ ਤੋਂ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਨੇ। ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਦੇ ਵਿੱਚ ਸੰਬੋਧਨ ਕਰ ਰਹੇ ਨੇ। ਏਅਰਪੋਰਟ ਵਾਸਤੇ ਰਵਾਨਾ ਕਰਕੇ ਆਏ ਆ। ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਆਉਣਗੇ ਤੇ ਆਪਣੇ ਗਰੀਬਾਂ ਦੇ ਬੱਚਿਆਂ ਨੂੰ ਪੜਾਉਣਗੇ। ਸਰਕਾਰੀ ਸਕੂਲਾਂ 'ਚ ਕੌਣ ਪੜਦਾ ਹੈ? ਗਰੀਬਾਂ ਦੇ ਬੱਚੇ। ਸਰਕਾਰੀ ਹਸਪਤਾਲਾਂ 'ਚ ਕੌਣ ਇਲਾਜ ਕਰਾਉਣ ਜਾਂਦਾ ਹੈ? ਗਰੀਬ ਜਾਂਦਾ ਹੈ। ਸੋ ਅਸੀਂ ਇਹ ਸੋਚਿਆ ਸਿੱਖਿਆ ਤੇ ਸਿਹਤ ਇਹ ਅਸੀਂ ਬਰਾਬਰ ਕਰ ਦੇਣੀ ਹੈ। ਕੁਝ ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਤੁਹਾਡੇ ਕੋਲੇ ਆਪਸ਼ਨ ਹੋਊਗੀ ਕਿ ਤੁਸੀਂ ਬੱਚਾ ਪ੍ਰਾਈਵੇਟ ਸਕੂਲ 'ਚ ਪੜਾਉਣਾ ਹੈ ਜਾਂ ਸਰਕਾਰੀ 'ਚ ਪੜਾਉਣਾ ਹੈ। ਮਰਜ਼ੀ ਤੁਹਾਡੀ ਹੈ। ਪੜ੍ਹਾਈ ਦਾ ਲੈਵਲ ਇੱਕੋ ਜਿਹਾ ਹੈ, ਪਰ ਉਧਰ ਫੀਸ ਲੱਗਦੀ ਹੈ, ਇੱਧਰ ਫੀਸ ਵੀ ਨਹੀਂ ਲੱਗਣੀ। ਜਿਵੇਂ ਦਿੱਲੀ ਦੇ ਵਿੱਚ ਹੋਇਆ, ਝੁੱਗੀ ਝੋਪੜੀ ਵਾਲਾ ਦਾ ਬੱਚਾ ਇੱਕ ਰੇਲਵੇ ਬ੍ਰਿਜ ਦੇ ਥੱਲੇ ਰੇੜੀ ਲਾ ਕੇ ਪ੍ਰੈਸ ਕਰਨ ਵਾਲੇ ਦਾ ਬੱਚਾ ਤੇ ਇੱਕ ਜੱਜ ਦਾ ਬੱਚਾ ਇੱਕੋ ਬੈਂਚ ਤੇ ਪੜਨ ਲਾਤੇ। ਅਰਵਿੰਦ ਕੇਜਰੀਵਾਲ ਜੀ ਨੇ ਇੱਕੋ ਬੈਂਚ ਤੇ ਬੈਠ ਕੇ। ਨਹੀਂ ਪਹਿਲਾਂ ਕੀ ਹੁੰਦਾ ਸੀ? ਅਮੀਰਾਂ ਦੀਆਂ ਕਿਤਾਬਾਂ ਹੀ ਹੋਰ ਨੇ, ਸਾਨੂੰ ਕਿਤਾਬਾਂ ਹੀ ਨਹੀਂ ਮਿਲਦੀਆਂ ਉਹ ਜਿਹੜੀਆਂ ਅਫਸਰ ਬਣਾਉਂਦੀਆਂ ਨੇ। ਉਹਨਾਂ ਦੇ ਸਕੂਲ ਹੀ ਹੋਰ ਨੇ, ਸਾਨੂੰ ਸਕੂਲ ਹੀ ਨਹੀਂ ਮਿਲਦੇ ਉਹ ਜਿਹੜੇ ਅਫਸਰ ਬਣਾਉਂਦੇ ਨੇ। ਉਹਨਾਂ ਦੇ ਟੀਚਰ ਹੋਰ ਨੇ। ਸਾਡੇ ਟੀਚਰਾਂ ਕੋਲੇ ਵੀ ਬਹੁਤ ਸਾਰੀ ਪੋਟੈਂਸ਼ੀਅਲ ਹੈਗੀ ਹੈ, ਪਰ ਮੌਕਾ ਹੀ ਨਹੀਂ ਮਿਲਦਾ। ਸੋ ਅਸੀਂ ਹੁਣ ਸਾਡੇ ਟੀਚਰਾਂ ਨੂੰ ਟ੍ਰੇਨਿੰਗ ਦਵਾਵਾਂਗੇ ਅੱਜ ਦੇ ਪੜ੍ਹਾਈ ਦੇ ਲੇਟੈਸਟ ਤਰੀਕੇ ਨਾਲ। ਇੱਕ ਗੱਲ ਮੈਂ ਤੁਹਾਨੂੰ ਕਹਿ ਦਿੰਦਾ, ਮੀਡੀਆ ਸਾਰਾ ਜਲੰਧਰ ਦਾ ਖੜਾ ਹੈ। ਕੋਈ ਸਰਕਾਰ ਵੋਟਾਂ ਵੇਲੇ ਆ ਕੇ ਕਵੇ ਅਸੀਂ ਤੁਹਾਡੀ ਗਰੀਬੀ ਖਤਮ ਕਰ ਦਿਆਂਗੇ, ਗਰੀਬੀ ਹਟਾ ਦਿਆਂਗੇ, ਗਰੀਬੀ ਚੋਂ ਬਾਹਰ ਕੱਢ ਲਾਂਗੇ, ਸਭ ਝੂਠ ਬੋਲਦੇ ਨੇ। ਜੇ ਗਰੀਬੀ ਹਟਾ ਸਕਦੇ ਆ ਤਾਂ ਇਹਨਾਂ ਦੇ ਬੱਚੇ ਹਟਾ ਸਕਦੇ ਆ। ਜੇ ਉਹ ਪੜ੍ਹ ਲਿਖ ਜਾਣ, ਪੜ੍ਹ ਕੇ ਅਫਸਰ ਬਣ ਜਾਣ ਤਾਂ ਉਹ ਗਰੀਬੀ ਹਟੇਗੀ। ਬੜੇ ਮਾਣ ਨਾਲ ਕਹਿੰਦੇ ਆ ਸਾਡੇ ਨੇਤਾ ਕਿ ਅਸੀਂ 80 ਕਰੋੜ ਲੋਕਾਂ ਨੂੰ ਚਾਵਲ ਤੇ ਆਟਾ ਤੇ ਦਾਲ ਦਿੰਨੇ ਆ। ਮਾਣ ਨਾਲ ਕਹਿੰਦੇ ਆ। ਇਹਦਾ ਮਤਲਬ ਤੁਸੀਂ ਇਹ ਮੰਨਦੇ ਹੋ 125-30 ਕਰੋੜ ਚੋਂ 80 ਕਰੋੜ ਦਾ ਆਟਾ ਕਮਾਉਣ ਜੋਗੇ ਵੀ ਨਹੀਂ ਛੱਡੇ ਤੁਸੀਂ। ਉਹ ਸਾਨੂੰ ਕੰਮ ਦੇ ਦਿਓ ਬਈ, ਸਾਨੂੰ ਰੋਜ਼ਗਾਰ ਦੇ ਦਿਓ, ਸਾਨੂੰ ਭਿਖਾਰੀ ਨਾ ਬਣਾਓ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਾਵਾਂਗੇ। ਨੌਕਰੀਆਂ ਵੰਡਣ ਵਾਲੇ। ਸੋ ਚਰਨ ਛੋਹ ਪ੍ਰਾਪਤ ਧਰਤੀ ਹੈ ਸ੍ਰੀ ਗੁਰੂ ਰਵਿਦਾਸ ਜੀ ਦੀ। ਉਹਨਾਂ ਦੀ ਬਾਣੀ ਦੇ ਵਿੱਚੋਂ ਜੇ ਆਪਾਂ 2 ਸ਼ਲੋਕ ਵੀ ਪੜ੍ਹ ਲਈਏ, ਉਹਦੇ ਤੇ ਅਰਥ ਕਰਨ ਲੱਗ ਜਾਈਏ ਤਾਂ ਵੀ ਕਈ ਕਿਤਾਬਾਂ ਲਿਖੀਆਂ ਜਾਣਗੀਆਂ। ਐਡੇ ਵੱਡੇ ਬੰਦੇ ਸੀ ਉਹ। ਕਿਆ ਸੋਚ ਸੀ ਉਹਨਾਂ ਦੀ ਉਦੋਂ ਉਸ ਵੇਲੇ। ਤੇ ਕਿਉਂਕਿ ਉਹਨਾਂ ਦੀ ਲੇਵਰ ਪਰਮਾਤਮਾ ਨਾਲ ਲੱਗੀ ਹੋਈ ਸੀ, ਇਸ ਕਰਕੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ ਉੱਚੀਆਂ ਜਾਤੀਆਂ ਵਾਲੇ, ਡੰਡੌਤਾਂ ਕਰਦੇ ਉਹਨਾਂ ਦੇ ਪੈਰਾਂ ਦੇ ਵਿੱਚ ਆ ਕੇ ਪੈਰ ਟਿਕਦੇ ਹੁੰਦੇ ਸੀ, ਡੰਡੌਤਾਂ ਕਰਦੇ। ਇਹ ਲੇਵ ਲੱਗਣ ਦੀ ਗੱਲ ਹੈ ਜੀ, ਇਹ ਲੇਵ ਲੱਗਣ ਦੀ ਗੱਲ ਹੈ। ਉਹਨਾਂ ਲੋਕਾਂ ਨੂੰ ਕੋਈ ਯਾਦ ਨਹੀਂ ਰੱਖਦਾ ਜਿਹੜੇ ਬੈਂਕਾਂ 'ਚ ਖਾਤੇ ਖਿਲਾ ਕੇ ਤੁਰ ਜਾਂਦੇ ਨੇ, ਤੇ ਉਹਨਾਂ ਲੋਕਾਂ ਨੂੰ
ਕੋਈ ਬੰਦਾ ਨਹੀਂ ਭੁੱਲਦਾ ਜਿਹੜੇ ਲੋਕਾਂ ਦੇ ਦਿਲਾਂ 'ਚ ਖਾਤੇ ਖਿਲਾਉਂਦੇ ਨੇ। ਸ਼੍ਰੀ ਗੁਰੂ ਰਵਿਦਾਸ ਜੀ ਵਰਗੇ, ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਸਾਹਿਬ, ਇਹਨਾਂ ਨੇ ਬੈਂਕਾਂ 'ਚ ਖਾਤੇ ਨਹੀਂ ਖਿਲਾਏ, ਇਹਨਾਂ ਨੇ ਦਿਲਾਂ 'ਚ ਖਾਤੇ ਖਿਲਾਏ ਹੋਏ। ਸੋ ਅੱਜ ਬੜਾ ਭਾਰੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਜਗ੍ਹਾ ਜਗ੍ਹਾ ਤੇ, ਪੂਰੀ ਦੁਨੀਆ 'ਚ। ਫਗਵਾੜਾ, ਫਲੌਰ, ਉਧਰ ਸਾਡੇ ਸੰਗਰੂਰ ਵੱਲ ਜਿੱਥੇ ਵੀ ਲੋਕ ਹੈਗੇ ਨੇ ਸ਼ਰਧਾ ਨਾਲ ਪੂਜਦੇ ਨੇ। ਪੂਜਣਾ ਚਾਹੀਦਾ, ਸਾਡੇ ਗੁਰੂ ਨੇ। ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਗੁਰੂਆਂ ਨੇ ਕੀ ਲਿਖਿਆ, ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ। ਅੱਜ ਸਮਾਜ ਇੱਧਰ ਜਾ ਰਿਹਾ ਹੈ, ਜੇ ਰੋਕ ਸਕਦੇ ਤਾਂ ਸਾਡੇ ਗੁਰੂਆਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹੀ ਰੋਕ ਸਕਦੀਆਂ। आदमी बड़ा सालों से नहीं, आदमी बड़ा ख्यालों से होता है। भगत सिंह जी की उम्र 23 साल सी। 23 साल की उम्र च बच्चे अजकल दे नौजवान मुंडे अपने बापू तो मोटरसाइकिल मंगते हैं, बापू मैंने मोटरसाइकिल लेके दे। ते भगत सिंह जी 23 साल की उम्र च अंग्रेजों तो मुल्क मंगते सी, साडा मुल्क दिओ सानू। सो आदमी बड़ा सालों से नहीं, ख्यालों से होता है। गुरु नानक साहब ने ਅੱਜ ਤੋਂ ਲਗਭਗ 550 ਸਾਲ ਪਹਿਲਾਂ, 500 ਸਾਲ ਪਹਿਲਾਂ ਲਿਖਤਾ ਹੋਊਗਾ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਪਵਨ ਹਵਾ, ਹਵਾ ਨੂੰ ਗੁਰੂ ਦਾ ਦਰਜਾ, ਪਾਣੀ ਨੂੰ ਪਿਤਾ ਦਾ ਦਰਜਾ, ਧਰਤੀ ਨੂੰ ਮਾਤਾ ਦਾ ਦਰਜਾ। ਕਿ ਆ ਤਿੰਨੇ ਚੀਜ਼ਾਂ ਸੰਭਾਲ ਲਿਓ। ਜਿਸ ਵੇਲੇ ਗੁਰੂ ਸਾਹਿਬ ਨੇ ਇਹ ਬਾਣੀ ਉਚਰੀ ਹੋਊਗੀ ਉਸ ਵੇਲੇ ਤਾਂ ਕੋਈ ਫੈਕਟਰੀ ਨਹੀਂ ਕਰਦੀ ਹੋਣੀ ਧੂਆਂ, उस वेले तो कोई फैक्ट्री पानी नहीं पाउंदी होनी थल्ले धरती च जिहड़ा कैमिकल वाला, उस वेले तो लोग स्प्रेयां भी नहीं करते होणगे। पर गुरु साहब नूं पता सी कि भाई आ तीन चीज़ां नूं संभाल लिओ तां मनुखता बचूगी। पवन गुरु, पानी पिता, माता धरत महत। सो अज साडी हवा जहरीली हो गई, साडा पानी पीण योग नहीं रहा, साडी धरती जहरीली हो गई स्प्रेयां कर करके। सो गुरुआं ने बहुत पहला देख लिया सी कि की आउण वाला की होण वाला। आपां जे उन्हां दे पाए हुए पूरनिਆਂ ਤੇ ਚੱਲੀਏ ਤਾਂ ਜੀਵਨ ਸਫਲ ਕਰਨ ਦੇ ਵਿੱਚ ਬਹੁਤ ਮਦਦਗਾਰ ਆ। ਆਪਾਂ ਇਸ ਗੱਲ ਤੋਂ ਬਹੁਤ ਖੁਸ਼ਕਿਸਮਤ ਆ ਕਿ ਸਾਡੇ ਕੋਲੇ ਬਹੁਤ ਵੱਡੇ ਖਜ਼ਾਨੇ ਨੇ, ਗ੍ਰੰਥਾਂ ਦੇ ਰੂਪ 'ਚ, ਵੇਦਾਂ ਦੇ ਰੂਪ 'ਚ ਬਹੁਤ ਵੱਡੇ ਵੱਡੇ ਖਜ਼ਾਨੇ ਪਏ ਆ ਸਾਡੇ ਕੋਲੇ, ਸ਼ਬਦ ਗੁਰੂ ਪਏ ਆ ਸਾਡੇ ਕੋਲ। ਸੋ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਮੈਂ ਤਾਂ ਜਦੋਂ ਕਾਲਜ ਵੇਲੇ ਵੀ ਹੁੰਦਾ ਸੀ, मैं उदों भी ਜਿਹੜੀਆਂ कविता उचारण मुकाबले वगैरह जाता ਹੁੰਦਾ ਸੀ। मैं सब तो ਵੱਧ गोल्ड मैडल जिते कविता च। वो कविता ਜਿਹੜੀ ਸੀ ਉਹ संत राम उदासी जी की लिखी हुई सी, तू मंगदा रही वे सूरजा कमियां दे वेड़े। ਉਹ मैं सनाम कॉलेज ਵੱਲੋਂ ਗਾਉਂਦਾ। सो साडी सरकार का मकसद भी यही है कि ਜਿਹੜੇ दबे कुचले ने स्कूल नहीं जा सकते, जब जाना नहीं चाहते, जब मजबूरी नहीं जान देंदी, एक बार उन्होंने स्कूल च लैके आईए। जदों वो स्कूल च आ गए फिर उन्होंने दिल करूगा पढ़न नूं, ते जदों वो पढ़ गए तो फिर वो सोच बदल जूगी। तो जो अफसर लग गए तो घरां दे जिहड़ी गरीबी है उन्हें चक देणगे, काया पलट कर देणगे। मैं तुहानूं एक बड़ी वधिया गल सुणाउणा, बड़ा किस्सा बहुत वधिया। एक मजदूर सी, खेत मजदूर सी, दिहाड़ी करदा सी। कई पीढ़ियां तो दिहाड़ियां चलियां आ रही सी। उन्हें सोचा कई पीढ़ियां तो दिहाड़ियां करी जाने, पीढ़ी किवें बदलीए। चलो एक डंग दी रोटी घटा देना, थोड़े जे पैसे बचा लेना, मुंडे नूं पढ़ा लेने। बच्चा पढ़ाउण लग गया, वो ढिड बन के गुजारा करन लग गया, आप भुखा तैयार रह के भी बच्चा पढ़ा लिया। बच्चा भी बहुत इंटैलीजेंट सी, बच्चा जज बन गया, मुंडा जज बन गया। बहुत खुशी हुई, एक मजदूर दा बेटा जिहड़ा जज बन गया। तो जदों उन्हें पहले दिन कुर्सी संभालनी सी तो मजदूर नूं खुशी सी, मेरा पोता अज कुर्सी ते बैठूगा। वो भी चला गया। जज साहब जिहड़े सी वो अपने चैंबर च बैठे सी। पिछले दरवाजे तो पिताजी आए तो उन्होंने उहदे मोढे ते हथ रख के कहते पुत बहुत बहुत बधाइयां। कहता बापू जी तुहानूं भी बधाइयां। कहता पुत हुण एक गल दस, इस वक्त भला दस दुनिया ते सब तो वध खुश, सब तो वध खुश नसीब ते सब तो वध ताकतवर बंदा कौन है बई? वो मुंडा कहता बापू जी मैं हाँ। कहता मैं किसी भी बरी कर सकता, किसी भी मैं सजा दे सकता।
ਬਾਪੂ ਦਾ ਥੋੜਾ ਜਿਹਾ ਦਿਲ ਟੁੱਟ ਗਿਆ। ਕਹਿੰਦਾ ਫੇਰ ਦੱਸ ਦੇ, ਉੱਥੇ ਖੜੇ ਖੜੇ ਨਹੀਂ ਪੁੱਛਿਆ, ਇਸ ਵਕਤ ਸਭ ਤੋਂ ਵੱਧ ਖੁਸ਼, ਸਭ ਤੋਂ ਵੱਧ ਖੁਸ਼ ਨਸੀਬ ਤੇ ਸਭ ਤੋਂ ਵੱਧ ਤਾਕਤਵਰ ਕੌਣ ਬੰਦਾ ਹੋ ਦੁਨੀਆ 'ਚ? ਉਹ ਕਹਿੰਦਾ ਬਾਪੂ ਜੀ ਮੈਂ। ਚਲੋ ਕਹਿੰਦਾ ਚੰਗਾ ਜੀ, ਬਹੁਤ ਬਹੁਤ ਮੁਬਾਰਕਾਂ। ਜਾਣ ਲੱਗਿਆ ਗੇਟ ਤੇ ਜਾ ਕੇ ਫਿਰ ਥੋੜਾ ਜਿਹਾ ਪਿਓ ਵਾਲਾ ਪਿਆਰ ਜਾਗਿਆ, ਬਾਪ ਵਾਲਾ। ਉਹ ਕਹਿੰਦਾ ਫੇਰ ਦੱਸ ਦੇ, ਸਭ ਤੋਂ ਵੱਧ ਖੁਸ਼, ਸਭ ਤੋਂ ਵੱਧ ਖੁਸ਼ ਨਸੀਬ, ਸਭ ਤੋਂ ਵੱਧ ਤਾਕਤਵਰ ਕੌਣ ਹੈ? ਉਹ ਕਹਿੰਦਾ ਪਿਤਾ ਜੀ ਤੁਸੀਂ ਹੋ। ਪਿਤਾ ਜੀ ਵਾਪਸ ਆ ਗਏ। ਕਹਿੰਦੇ 15 ਸਕਿੰਟ ਪਹਿਲਾਂ ਮੈਂ 2 ਵਾਰੀ ਪੁੱਛਿਆ ਸੀ ਇੱਥੇ ਖੜ ਕੇ ਕਿ ਸਭ ਤੋਂ ਵੱਧ ਖੁਸ਼ ਨਸੀਬ, ਖੁਸ਼ ਤੇ ਤਾਕਤਵਰ ਕੌਣ ਹੈ? ਤੂੰ ਆਪਣਾ ਨਾਂ ਲਿਆ ਸੀ, ਮੈਂ ਉੱਥੇ ਜਾ ਕੇ ਪੁੱਛਿਆ, ਤੂੰ ਮੇਰਾ ਨਾਂ ਲਈ ਜਾਂਦਾ। ਉਹ ਮੁੰਡਾ ਕਹਿੰਦਾ ਬਾਪੂ ਜੀ ਜਦੋਂ ਤੁਸੀਂ ਉਦੋਂ ਪੁੱਛਿਆ ਸੀ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ, ਜੇ ਤੁਹਾਡੇ ਵਰਗੇ ਪਿਤਾ ਦਾ ਹੱਥ ਪੁੱਤ ਦੇ ਮੋਢੇ ਤੇ ਹੋਵੇ ਉਹ ਤੋਂ ਵੱਧ ਖੁਸ਼ ਨਸੀਬ, ਉਹ ਤੋਂ ਵੱਧ ਤਾਕਤਵਰ ਬੰਦਾ ਕੋਈ ਹੋ ਨਹੀਂ ਸਕਦਾ। ਤੇ ਜਦੋਂ ਤੁਸੀਂ ਉੱਥੇ ਜਾ ਕੇ ਪੁੱਛਿਆ ਸੀ ਗੇਟ ਤੇ, ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਹੈ ਨਹੀਂ ਸੀ, ਉਦੋਂ ਫਿਰ ਤੁਸੀਂ ਤਾਕਤਵਰ ਹੋ। ਸੋ ਸਾਡੇ ਕੋਲੇ ਸ੍ਰੀ ਗੁਰੂ ਰਵਿਦਾਸ ਜੀ ਵਰਗੇ, ਦਸ਼ਮੇਸ਼ ਪਿਤਾ ਵਰਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਸਾਡੇ ਪਿਤਾ ਨੇ, ਜਿਨ੍ਹਾਂ ਦਾ ਹੱਥ ਸਾਡੇ ਮੋਢੇ ਤੇ ਹੋਵੇ। ਸਾਡੇ ਤੋਂ ਵੱਧ ਤਾਕਤਵਰ, ਸਾਡੇ ਤੋਂ ਵੱਧ ਖੁਸ਼ ਨਸੀਬ ਤੇ ਸਾਡੇ ਤੋਂ ਵੱਧ ਖੁਸ਼ ਕੋਈ ਹੋ ਹੀ ਨਹੀਂ ਸਕਦਾ, ਜੇ ਅਸੀਂ ਉਹਨਾਂ ਦੀ ਸਿੱਖਿਆਵਾਂ ਤੇ ਚੱਲੀਏ। ਸੋ ਬਾਕੀ ਰਹੀ ਗੱਲ, ਜਿਸ ਤਰ੍ਹਾਂ ਸ਼ੀਤਲ ਉਂਗਰਾਲ ਜੀ ਐਮਐਲਏ ਸਾਹਿਬ, ਸਾਡੇ ਨਕੋਦਰ ਤੋਂ ਐਮਐਲਏ ਸਾਹਿਬਾ ਖੜੇ ਨੇ, ਸਾਡੇ ਵਿਮਨ ਵਿੰਗ ਦੇ ਪ੍ਰਧਾਨ ਰਾਜਵਿੰਦਰ ਜੀ ਨੇ, ਸਾਡੇ ਜਲੰਧਰ ਦੇ ਕਰਤਾਰਪੁਰ ਦੇ ਐਮਐਲਏ ਸਾਹਿਬ ਖੜੇ ਨੇ, ਸਾਰੇ ਸੋਢੀ ਸਾਹਿਬ ਖੜੇ ਨੇ, ਰਮਨ ਅਰੋੜਾ ਜੀ ਨੇ। ਇੱਥੇ ਜੋ ਤੁਸੀਂ ਕਹੋਗੇ, ਮੈਂ ਨਹੀਂ ਕਹਿੰਦਾ, ਦੇਖੋ ਮੈਂ ਉਦਾਂ ਦੀ ਅਨਾਉਂਸਮੈਂਟ ਨਹੀਂ ਕਰਦਾ ਉਹਨਾਂ ਵਰਗੀ ਵੀ ਹਾਂ ਜੀ ਇੰਨੇ ਲਿਖ ਲਓ, ਤਾੜੀਆਂ, ਮੁੜ ਕੇ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ, ਕਿੰਨੇ ਗਏ, ਉਹ ਲੱਭਦੇ ਹੀ ਨਹੀਂ। ਉਹ ਉਹਨੇ ਪੈਸੇ ਉਹਨਾਂ ਨੂੰ ਲੱਭਣ ਦੀ ਲੱਗ ਜਾਂਦੇ ਆ ਵੀ ਕਿੱਥੇ ਗਏ, ਉਹਦੇ ਤੁਸੀਂ ਕਹਿ ਕੇ ਆਏ ਸੀ, ਉਹ ਭੁੱਲ ਜਾਂਦੇ ਆ। ਮੈਂ ਸੱਚ ਬੋਲਦਾ, ਔਰ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੈ ਜਲੰਧਰ ਵਾਲਿਓ ਕਿ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ। ਜਿੱਥੇ ਬੋਲੋਗੇ ਸੱਚ ਹੀ ਬੋਲੋਗੇ, ਨਹੀਂ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ, ਯਾਰ ਪਿਛਲੀ ਵਾਰ ਕੀ ਕਹਿ ਕੇ ਗਏ ਸੀ ਇੱਥੇ ਆਪਾਂ। ਸੋ ਅਸੀਂ ਜਿੰਨੇ ਤੁਸੀਂ ਕਹੋਗੇ, ਤੁਸੀਂ ਮੈਨੂੰ ਬਣਾ ਕੇ ਦੇ ਦਿਓ ਪ੍ਰੋਜੈਕਟ, ਕੋਈ ਲੰਗਰ ਹਾਲ ਹੈ, ਕੋਈ ਕਮਿਊਨਿਟੀ ਹਾਲ ਹੈ, ਕੋਈ ਕੁਛ ਵੀ, ਕੋਈ ਖੂਬਸੂਰਤੀ ਮੰਦਿਰ ਦੀ ਕੋਈ ਕਰਨੀ ਹੈ। ਕਿਉਂਕਿ ਦੇਖੋ ਆਪਣੀ ਸ਼ਰਧਾ ਹੈ, ਜੇ ਆਪਣੀ ਆਸਥਾ ਹੀ ਟੁੱਟ ਗਈ, ਜੇ ਆਸਥਾ ਹੀ ਨਾ ਆਪਾਂ ਕਾਇਮ ਰੱਖ ਸਕੇ, ਆਪਣਾ ਦੇਸ਼ ਜਿਹੜਾ ਹੈ ਉਹ ਇੱਕ ਗੁਲਦਸਤਾ ਹੈ, ਤਰ੍ਹਾਂ ਤਰ੍ਹਾਂ ਦੇ ਫੁੱਲ ਨੇ। ਜਿਹੜਾ ਵੀ ਇਹ ਚਾਹੂਗਾ ਕਿ ਫੁੱਲ ਸਿਰਫ ਇੱਕ ਰੰਗ ਦੇ ਹੀ ਹੋਣਗੇ, ਉਹ ਗਲਤਫਹਿਮੀ ਚ ਹੈ। ਇਹ ਦੇਸ਼ ਫੁਲਵਾੜੀ ਹੈ, ਰੰਗ ਜਿਹੜੇ ਨੇ ਫੁੱਲਾਂ ਦੇ ਉਹ ਤਰ੍ਹਾਂ ਤਰ੍ਹਾਂ ਦੇ ਨੇ। ਸੋ ਜਿਵੇਂ ਤੁਸੀਂ ਕਹੋਗੇ ਸਾਨੂੰ ਪ੍ਰੋਜੈਕਟ ਬਣਾ ਕੇ ਦੇ ਦਿਓ। ਔਰ ਡੀਸੀ ਸਾਹਿਬ ਇੱਥੇ ਖੜੇ ਨੇ ਔਰ ਸਾਰੇ ਪ੍ਰਸ਼ਾਸਨ ਖੜਾ ਹੈ। 1 ਰੁਪਈਆ ਵੀ ਜੇ ਇਧਰਲੇ ਪਾਸਿਓਂ ਘਟ ਗਿਆ ਤਾਂ ਮੈਂ ਜ਼ਿੰਮੇਵਾਰ ਹਾਂ, ਤੇ ਜੇ 1 ਰੁਪਈਆ ਲੱਗਣ ਵੱਲੋਂ ਘਟ ਗਿਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ। ਔਰ ਇੱਕ ਮੰਗੋਗੇ ਸਵਾ ਦੇਵਾਂਗੇ, ਕਿਉਂਕਿ ਪੈਸਾ ਤੁਹਾਡੇ ਟੈਕਸ ਦਾ ਹੀ ਹੈ। ਅਸੀਂ ਕੋਈ ਨੋਟ ਛਾਪਣ ਵਾਲੀਆਂ ਮਸ਼ੀਨਾਂ ਨਹੀਂ ਲਾਈਆਂ ਹੋਈਆਂ, ਤੁਸੀਂ ਟੈਕਸ ਦਿੰਦੇ ਹੋ, ਤੁਸੀਂ ਟੈਕਸ ਦਿੰਦੇ ਹੋ ਤਾਂ ਸਾਡੇ ਕੋਲ ਪੈਸਾ ਆਉਂਦਾ ਹੈ। ਬਹੁਤ ਸਾਰੇ ਖੜੇ ਹੋਣਗੇ ਹੁਣ ਇਸ ਵਕਤ, ਕਹਿੰਦੇ ਭਗਵੰਤ ਮਾਨ ਇਹ ਕੀ ਕਹੀ ਜਾਂਦਾ, ਅਸੀਂ ਕਦੋਂ ਟੈਕਸ ਦਿੰਦੇ ਹਾਂ, ਅਸੀਂ ਤਾਂ ਗਰੀਬ ਹਾਂ, ਅਸੀਂ ਤਾਂ ਟੈਕਸ ਦਿੰਦੇ ਹੀ ਨਹੀਂ, ਅਸੀਂ ਤਾਂ ਟੈਕਸ ਪੇਅਰ ਚ ਆਉਂਦੇ ਹੀ ਨਹੀਂ। ਦਿੰਦੇ ਹੋ ਟੈਕਸ? ਮੈਂ ਦੱਸਦਾ ਤੁਹਾਨੂੰ, ਜਦੋਂ ਸਵੇਰੇ ਉੱਠਦੇ ਆ ਚਾਹ ਬਣਾਉਣੀ ਹੈ, ਤੀਲੀ ਜਿਹੜੀ ਹੈ ਜਲਾਈ, ਟੈਕਸ ਸ਼ੁਰੂ, ਕਿਉਂਕਿ ਜਦੋਂ ਮਾਚਿਸ ਖਰੀਦਣ ਜਾਓਗੇ ਨਾ ਉਹ 'ਚ ਟੈਕਸ ਲੱਗਦਾ ਹੈ। ਜੇ ਗੈਸ ਸਿਲੰਡਰ ਹੈ, ਲਾਈਟਰ ਦੀ ਅੱਗ ਜਲਾਈ, ਲਾਈਟਰ ਦੀ ਸੁੱਚ ਦੱਬੀ, ਟੈਕਸ ਸ਼ੁਰੂ। ਉਹ ਤੋਂ ਬਾਅਦ ਚਾਹ ਧਰੀ ਹੈ, ਉਹਦੇ ਚਾਹ ਪੱਤੀ ਪਾਈ, ਟੈਕਸ, ਉਹ 'ਚ ਖੰਡ ਪਾਈ, ਟੈਕਸ, ਉਹ 'ਚ ਦੁੱਧ ਪਾਇਆ, ਟੈਕਸ, ਉਹ ਤੋਂ ਬਾਅਦ ਤੁਸੀਂ ਫੋਨ ਕੀਤਾ ਕਿਸੇ ਰਿਸ਼ਤੇਦਾਰ ਨੂੰ, ਮੈਂ ਆਉਣਾ ਤੇਰੇ ਕੋਲੇ, ਟੈਕਸ, ਉਹ ਤੋਂ ਬਾਅਦ ਮੋਟਰਸਾਈਕਲ ਸਟਾਰਟ ਕੀਤਾ, ਪੈਟਰੋਲ ਡੀਜ਼ਲ, ਟੈਕਸ, ਉਹ ਤੋਂ ਬਾਅਦ ਸਬਜ਼ੀ ਲਿਆਏ ਆਉਂਦੇ ਹੋਏ, ਟੈਕਸ, ਰੋਟੀ ਖਾਧੀ ਤੇ ਦੁੱਧ ਪੀ ਲਿਆ, ਟੈਕਸ। ਤੇ ਲਓ ਜੀ ਰਾਤ ਨੂੰ ਸੌਣ ਵੇਲੇ ਪੱਖੇ ਥੱਲੇ ਪੈ ਕੇ ਥੋੜਾ ਜਿਹਾ ਕਹਿੰਦੇ ਸ਼ੁਕਰ ਹੈ ਹੁਣ ਟੈਕਸ ਨਹੀਂ ਹੈਗਾ ਨਾ, ਗਲਤਫਹਿਮੀ ਚ ਉੱਪਰ ਪੱਖਾ ਚੱਲੀ ਜਾਂਦਾ ਹੈ, ਟੈਕਸ। ਤੁਸੀਂ ਤਾਂ ਸੁੱਤੇ ਪਏ ਵੀ ਟੈਕਸ ਦੇਈ ਜਾਂਦੇ ਹੋ, ਉਹ ਤੁਸੀਂ ਸੁੱਤੇ ਪਏ ਵੀ ਟੈਕਸ ਦੇਈ ਜਾਂਦੇ ਹੋ, ਤੇ ਜਿਹੜੇ ਪੈਸੇ ਨੇ ਉਹ ਸਰਕਾਰ ਕੋਲੇ ਆਉਣੇ ਚਾਹੀਦੇ ਨੇ, ਤੇ ਸਰਕਾਰਾਂ ਕਹਿ ਦਿੰਦੀਆਂ ਨੇ ਖਜ਼ਾਨਾ ਖਾਲੀ ਹੋ ਗਿਆ, ਨਾ ਕੋਈ ਸੜਕ ਬਣਾਈ, ਨਾ ਕੋਈ ਹਸਪਤਾਲ ਬਣਾਇਆ, ਨਾ ਕੋਈ ਕਾਲਜ ਬਣਾਇਆ, ਨਾ ਕੋਈ ਸਕੂਲ ਬਣਾਇਆ, ਨਾ ਕਿਸੇ ਨੂੰ ਨੌਕਰੀ ਦਿੱਤੀ, ਖਜ਼ਾਨੇ ਪਤਾ ਨਹੀਂ ਕਿਵੇਂ ਖਾਲੀ ਹੋ ਗਏ। ਉਹੀ ਖਜ਼ਾਨੇ ਸਾਡੇ ਕੋਲੇ ਨੇ, ਅਸੀਂ ਵੀ ਚਲਾ ਹੀ ਰਹੇ ਹਾਂ ਨਾ। ਬਿਜਲੀ ਦਾ ਬਿੱਲ 0 ਆ ਗਿਆ ਨਾ,
ਬਿਜਲੀ ਦੇ ਬਿੱਲ ਜ਼ੀਰੋ ਆ ਗਏ ਹੈ ਜੀ। ਵਾਅਦਾ ਕੀਤਾ ਸੀ ਮੁਹੱਲਾ ਕਲੀਨਿਕ ਮੰਦਿਰ ਦੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇਗੀ। ਸਾਡੇ ਕੋਲੇ 10.5 ਲੱਖ ਬੰਦੇ 100 ਮੁਹੱਲਾ ਕਲੀਨਿਕ ਚਲਾਏ ਨੇ, ਹਜੇ ਹੁਣ 500 ਹੋ ਗਏ। 10.5 ਲੱਖ ਬੰਦਾ ਦਵਾਈ ਲੈ ਕੇ ਠੀਕ ਹੋ ਗਿਆ ਉੱਥੋਂ, ਨਹੀਂ ਤਾਂ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਜਾਂ ਪ੍ਰਾਈਵੇਟ 'ਚ ਰੋਲਣਾ ਪੈਣਾ ਸੀ। ਸੋ ਇਸ ਕਰਕੇ ਸਾਡਾ ਮਕਸਦ ਹੈ ਆਮ ਲੋਕਾਂ ਤੱਕ, ਤੁਸੀਂ ਘਰੋਂ ਨਿਕਲੋ, ਤੁਹਾਡੇ ਸੱਜੇ ਪਾਸੇ ਜਾਂ ਖੱਬੇ ਪਾਸੇ 50 ਜਾਂ 100 ਮੀਟਰ ਤੇ ਮੁਹੱਲਾ ਕਲੀਨਿਕ ਹੋਵੇ ਤੇ ਇੱਕ ਸ਼ਾਨਦਾਰ ਸਕੂਲ ਹੋਵੇ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਹੋਣ। ਇਹ ਹੈ ਸਾਡੀ ਸੋਚ। ਸੋ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕ ਦਿੰਦਾ। ਬਹੁਤ ਸਾਰੀਆਂ ਸੰਗਤਾਂ ਵਾਰਾਣਸੀ ਵੀ ਗਈਆਂ ਹੋਈਆਂ ਮੱਥਾ ਟੇਕਣ, ਬਹੁਤ ਪੂਰੀ ਦੁਨੀਆ ਤੋਂ ਉੱਥੇ ਲੋਕ ਆਉਂਦੇ ਆ। ਸੋ ਸ੍ਰੀ ਗੁਰੂ ਰਵਿਦਾਸ ਜੀ ਦੇ 646ਵੇਂ ਪ੍ਰਗਟ ਦਿਵਸ ਤੇ ਪ੍ਰਕਾਸ਼ ਦਿਵਸ ਤੇ ਬਹੁਤ ਬਹੁਤ ਮੁਬਾਰਕਾਂ ਨੇ। ਤੁਹਾਡੇ ਜੋ ਇੱਛਾਵਾਂ ਤੁਸੀਂ ਲੈ ਕੇ ਸ਼ੋਭਾ ਯਾਤਰਾ ਚ ਆਏ ਹੋ, ਜੋ ਜਿਸ ਨਿਸ਼ਠਾ ਨਾਲ, ਜਿਸ ਸ਼ਰਧਾ ਨਾਲ ਤੁਸੀਂ ਪ੍ਰਭਾਤ ਫੇਰੀਆਂ ਕੱਢ ਕੇ ਲੋਕਾਂ ਨੂੰ ਅਵੇਅਰ ਕੀਤਾ, ਉਹਦੀ ਕੋਈ ਕਿਸੇ ਕਰੰਸੀ 'ਚ ਵੈਲਿਊ ਨਹੀਂ, ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ। ਜੋ ਸਕੂਨ ਮਿਲਦਾ ਹੈ, ਸੋ ਸਕੂਨ ਦਾ ਜਿਹੜਾ ਕੀਮਤ ਹੈ ਉਹ ਪਾਈ ਨਹੀਂ ਜਾ ਸਕਦੀ। ਸੋ ਮੈਂ ਆਖਿਰ ਦੇ ਵਿੱਚ ਇਹੀ ਕਹੂੰਗਾ ਕਿ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮੰਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਵਿਹੜੇ। ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ, ਜਿੱਥੇ ਵਾਲ ਤਰਸਦੇ ਕੰਗੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ, ਤੂੰ ਮੰਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਵਿਹੜੇ। ਸੋ ਮੇਰੇ ਵੱਲੋਂ ਇਹੀ ਅਰਦਾਸ ਹੈ ਕਿ ਸੂਰਜ ਜਿਹੜਾ ਤਰੱਕੀ ਦਾ ਉਹ ਕਮੀਆਂ ਦੇ ਵਿਹੜੇ ਮੰਗਦਾ ਰਵੇ। ਸੂਰਜ ਜਿਹੜਾ ਤਰੱਕੀ ਦਾ ਉਹ ਸਾਰੀਆਂ ਕਿਰਨਾਂ ਜਿਹੜੀਆਂ ਤੰਦਰੁਸਤੀ ਵਾਲੀਆਂ ਉਹ ਸਾਰੇ ਪੰਜਾਬ ਦੇ ਵਿਹੜਿਆਂ 'ਚ ਜਿਹੜੀ ਹੈ ਉਹ ਕਿਰਨਾਂ ਫੈਲਣ। ਮੇਰੇ ਵੱਲੋਂ ਇਹੀ ਉਮੀਦ ਹੈ ਕਿ ਆਹ ਸਾਲ ਜਿਹੜਾ ਆਪਾਂ ਪੰਜਾਬ ਨੂੰ ਚਮਕਾਵਾਂਗੇ, ਕਿਉਂਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ, ਤੇ ਨਗ ਥੋੜਾ ਜਿਹਾ ਪਿਛਲੇ ਕਈ ਸਾਲਾਂ ਤੋਂ ਫਿੱਕਾ ਜਿਹਾ ਪੈ ਗਿਆ ਸੀ, ਉਸ ਨਗ ਨੂੰ ਹੁਣ ਆਪਾਂ ਚਮਕਾਉਣਾ ਹੈ। ਉਹਦੇ ਵਾਸਤੇ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਪਊਗੀ। ਕੋਈ ਵੀ ਚੀਜ਼ ਕੋਈ ਬੰਦਾ ਇਕੱਲਾ ਨਹੀਂ ਕਰ ਸਕਦਾ, ਤੁਸੀਂ ਮੇਰੇ ਨਾਲ ਆਓ। ਮੈਂ ਇਹ ਨਹੀਂ ਕਹਿੰਦਾ ਮੇਰੇ ਪਿੱਛੇ ਲੱਗੋ, ਮੇਰੇ ਬਰਾਬਰ ਆਓ। ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ। ਕੈਲੀਫੋਰਨੀਆ, ਲੰਡਨ, ਪੈਰਿਸ ਬਣਾਉਣ ਦੀ ਲੋੜ ਨਹੀਂ, ਸਾਨੂੰ ਸਾਡਾ ਪੰਜਾਬ ਹੀ ਵੋਟ ਦਿਓ, ਅਸੀਂ ਪੰਜਾਬ ਬਣਾ ਲਈਏ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਤੁਹਾਡਾ ਮਿਹਰਬਾਨੀ। ਇੱਥੇ ਤੁਸੀਂ ਇੰਨੇ ਟਾਈਮ ਤੋਂ ਖੜੇ ਹੋ। ਸ਼ੋਭਾ ਯਾਤਰਾ ਹੁਣ ਸ਼ੁਰੂ ਹੋਊਗੀ। ਸਾਰੇ ਟਰੈਕਟਰਾਂ ਵਾਲੇ ਜਿੰਨੇ ਵੀ ਵੀਰ ਨੇ 150 ਟਰਾਲੀਆਂ ਕਹਿੰਦੇ ਉਹ ਖੜੇ ਨੇ, ਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਹੈ। ਔਰ ਸਾਰੇ ਜਿਵੇਂ ਵੀ ਤੁਸੀਂ ਕਹੋਗੇ, ਜਿੰਨਾ ਵੀ ਤੁਸੀਂ ਜਿਹੜੀ ਇਹ ਪਤਾ ਕੀ ਹੈ ਮੰਦਰ ਕਮੇਟੀ ਇਹਨਾਂ ਤੁਸੀਂ ਸਾਨੂੰ ਬਣਾ ਕੇ ਦਿਓ ਜੀ ਲਿਸਟ। ਸਾਡੇ ਵਾਲਾ ਕੰਮ ਇਹ ਹੁੰਦਾ ਜੀ, ਸਾਡੇ ਤਾਂ ਜਿੱਦੇ ਲਿਸਟ ਆ ਗਈ ਉਹਦੇ ਤੁਹਾਨੂੰ ਪੈਸੇ ਦੇ ਦਾਂਗੇ। ਉਹ ਨਾਲ ਦੀ ਨਾਲ ਤੁਸੀਂ ਜੇ ਚੰਡੀਗੜ੍ਹ ਆਏ, ਤੁਹਾਡੇ ਜਲੰਧਰ ਆਉਣ ਤੋਂ ਪਹਿਲਾਂ ਪੈਸੇ ਅਕਾਊਂਟ 'ਚ ਪਏ ਹੋਣਗੇ, ਕਿਉਂਕਿ ਸਾਡਾ ਕੰਮ ਇਹ ਹੈ ਅਸੀਂ ਜੋ ਕਹਿੰਦੇ ਆ ਉਹ ਕਰਦੇ ਆ, ਜੋ ਕਰ ਨਹੀਂ ਸਕਦੇ ਅਸੀਂ ਕਹਿੰਦੇ ਹੀ ਨਹੀਂ ਹੈਗੇ। ਫਾਇਦਾ ਕੀ ਹੋਇਆ ਫਿਰ? 5 ਕੰਮ ਕਹਿ ਕੇ 4 ਕੀਤੇ ਤਾਂ ਲੋਕ ਕਹਿਣਗੇ ਪੂਰੇ ਨਹੀਂ ਕੀਤੇ। ਪਹਿਲੇ ਹੀ 4 ਕਹਿ ਲਓ ਜੇ ਕਰ ਸਕਦੇ ਹੋ ਤਾਂ ਲੋਕ ਕਹਿਣਗੇ 100% ਕੋਈ 4 ਕਹਿ ਕੇ 5 ਕਰ ਦਾਂਗੇ। ਹੁਣ ਬਹੁਤ ਸਾਰੇ ਕੰਮ ਇਹੋ ਜਿਹੇ ਵੀ ਨੇ ਜਿਹੜੀਆਂ ਗਰੰਟੀਆਂ ਅਸੀਂ ਦਿੱਤੀਆਂ ਨਹੀਂ ਸੀ। MLA ਦੀਆਂ ਪੈਨਸ਼ਨਾਂ ਕੱਟਣ ਦੀ ਗਰੰਟੀ ਤਾਂ ਨਹੀਂ ਦਿੱਤੀ ਸੀ, ਪਰ ਪਾਉਣ ਸਾਰ ਉਹ ਕੰਮ ਕਰਤਾ। ਤੇ ਆ ਜਿਹੜੇ ਰਿਸ਼ਵਤਖੋਰ ਨੇ, ਜਿਨ੍ਹਾਂ ਨੇ ਲੁੱਟਣ ਦਾ ਮਨ ਬਣਾ ਰੱਖਿਆ, ਗਰੀਬਾਂ ਨੂੰ ਗਰੀਬ ਹੀ ਲੁੱਟੀ ਜਾਂਦੇ ਆ। ਆ ਮੰਤਰੀ ਜਿਹੜੇ ਨੇ ਉਹਨਾਂ ਨੇ ਲੁੱਟੇ ਹੀ ਆਪਦੇ ਆ। ਚਾਹੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਕਿਹਨੇ ਲੁੱਟਿਆ? ਤੁਹਾਡੇ ਆਪਣੇ ਬਰਾਦਰੀ ਨੇ, ਆਪਣੀ ਬਰਾਦਰੀ ਨੂੰ। ਕੌਣ? ਆਪਣੇ ਆਪਾਂ ਨੂੰ ਲੁੱਟੀ ਜਾਂਦੇ ਆ। ਦੁੱਖ ਇਸ ਗੱਲ ਦਾ ਹੋ ਰਿਹਾ, ਸੋਨੇ ਤੇ ਲੋਹੇ ਦੀ ਦੁਕਾਨ ਆਮੋ ਸਾਹਮਣੇ ਸੀ ਬਾਜ਼ਾਰ 'ਚ। ਸੋਨੇ ਨੇ ਲੋਹੇ ਨੂੰ ਕਿਹਾ ਥੋੜਾ ਤੇਰੇ ਤੇ ਵੀ ਚੱਲਦਾ ਹੈ, ਥੋੜਾ ਮੇਰੇ ਤੇ ਵੀ ਚੱਲਦਾ ਹੈ। ਮੇਰੀ ਆਵਾਜ਼ ਸੁਣੀ ਹੈ ਕਦੇ ਦੁਕਾਨ ਤੋਂ ਬਾਹਰ? ਕਹਿੰਦਾ ਤੇਰੀ ਸਾਰੇ ਬਾਜ਼ਾਰ 'ਚ ਆਵਾਜ਼ ਸੁਣਦੀ ਹੁੰਦੀ ਹੈ ਜਦੋਂ ਤੇਰੇ ਥੋੜਾ ਵੱਜਦਾ ਹੈ। ਤਾਂ ਲੋਹਾ ਕਹਿੰਦਾ ਬਿਲਕੁਲ ਸਹੀ ਗੱਲ ਹੈ ਤੇਰੀ ਮੇਰੇ ਵੀਰ ਸੋਨਿਆ, ਥੋੜਾ ਤੇਰੇ ਤੇ ਵੀ ਲੋਹੇ ਦਾ ਚੱਲਦਾ, ਥੋੜਾ ਮੇਰੇ ਤੇ ਵੀ ਚੱਲਦਾ ਹੈ। ਤੇਰੀ ਆਵਾਜ਼ ਨਹੀਂ ਆਉਂਦੀ, ਮੇਰੀ ਆਵਾਜ਼ ਆਉਂਦੀ ਹੈ, ਕਿਉਂਕਿ ਲੋਹੇ ਦਾ ਥੋੜਾ ਤੇਰੇ ਲਈ ਬਗਾਨਾ ਹੈ। ਤੂੰ ਸੋਨਾ, ਉਹ ਲੋਹਾ ਹੈ, ਸ਼ਰੀਕ ਹੈ। ਸ਼ਰੀਕਾਂ ਨੇ ਤਾਂ ਕੁੱਟਣਾ ਹੀ ਹੁੰਦਾ, ਸ਼ਰੀਕਾਂ ਦਾ ਕੰਮ ਹੋਰ ਕੀ ਹੁੰਦਾ ਹੈ, ਬਗਾਨਿਆਂ ਤਾਂ ਕੁੱਟਣਾ ਹੀ ਹੁੰਦਾ ਹੈ। ਤੇ ਕਹਿੰਦਾ ਮੈਨੂੰ ਦੁੱਖ ਇਸ ਗੱਲ ਦਾ, ਮੈਨੂੰ ਮੇਰੇ ਆਪਣੇ ਕੁੱਟਦੇ ਨੇ, ਇਸ ਕਰਕੇ ਮੈਨੂੰ ਜ਼ਿਆਦਾ ਦਰਦ ਹੁੰਦਾ ਹੈ। ਸਾਨੂੰ ਜ਼ਿਆਦਾ ਦੁੱਖ ਇਸ ਗੱਲ ਦਾ, ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ, ਅੰਗਰੇਜ਼ ਨਹੀਂ ਲੁੱਟੇ। ਅੰਗਰੇਜ਼ ਤਾਂ ਆਪ ਸ਼ਰਮਾਉਂਦੇ ਹੋਣਗੇ ਵੀ 200 ਸਾਲ 'ਚ ਉਹਨਾਂ ਕੰਮ ਨਹੀਂ ਕਰ ਸਕੇ ਜਿੰਨਾ ਇੰਡੀਆ ਵਾਲੇ 2 ਸਾਲਾਂ 'ਚ ਕਰ ਦਿੰਦੇ ਨੇ, 2 ਸਾਲਾਂ 'ਚ ਲੁੱਟ ਲੈਂਦੇ ਆ। ਇਹ ਸਾਰੀ ਪੰਜਾਬ 'ਚ ਰਿਸ਼ਵਤਖੋਰੀ, ਇਹ ਲੁੱਟ ਖਸੁੱਟ ਸਾਰੀ ਬੰਦ ਹੋਊਗੀ। ਆਮ ਲੋਕਾਂ ਦੀ ਖੱਜਲ ਖੁਆਰੀ ਬੰਦ ਹੋਊਗੀ। ਦਫ਼ਤਰਾਂ 'ਚ ਤੁਹਾਨੂੰ ਮਾਨ ਸਨਮਾਨ ਮਿਲੂਗਾ, ਇੱਜ਼ਤ ਮਿਲੂਗੀ, ਔਰ ਤੁਹਾਡੇ ਕੰਮ ਹੋਣਗੇ, ਔਰ ਪਹਿਲੇ ਬੋਲ ਤੇ ਕੰਮ ਹੋਣਗੇ। ਇਹੀ ਸਾਡੀ ਸਰਕਾਰ ਦਾ ਮਕਸਦ ਵੀ ਹੈ।
ਹੋਰ ਨਹੀਂ ਤਾਂ ਸਰਕਾਰਾਂ ਬਣਾਉਣ 'ਚ ਕੀ ਹੈ। ਮੈਂ ਸ਼ੋਹਰਤ ਮੈਂ ਤਾਂ ਪਹਿਲਾਂ ਹੀ ਮਸ਼ਹੂਰ ਸੀ ਬਹੁਤ, ਮੈਨੂੰ ਕਿਹੜਾ ਕਿਸੇ ਟੀਵੀ ਤੇ ਆਉਣ ਦਾ ਚਾਅ ਜਾਂ ਕੋਈ ਕਿਸੇ ਅਖਬਾਰ 'ਚ ਫੋਟੋ ਛਪਾਉਣ ਦਾ ਚਾਅ ਹੈ, ਉਹ ਤਾਂ ਮੈਂ ਨਵੇੜੀ ਬੈਠਾ। ਪਰ ਪ੍ਰਮਾਤਮਾ ਨੇ ਮੇਰੀ ਇੱਕ ਡਿਊਟੀ ਲਾਈ ਹੈ ਕਿ ਭਾਈ ਸੇਵਾ ਕਰੋ ਪੰਜਾਬ ਦੀ, ਤਾਂ ਮੈਂ ਉਹ ਸੇਵਾ ਨਿਭਾਊਂਗਾ। मैं यही अरदास करता श्री गुरु रविदास जी अगे, श्री गुरु ग्रंथ साहब जी अगे कि बल बख्शे और बुद्धि बख्शे और इन्ना क बल बख्शे कि चंगे फैसले करिए और कोई गलत फैल ते साइन ना हो जान, इस गल की बुद्धि बख्शे। बहुत बहुत तुहाडा धन्नवाद, बहुत बहुत मेहरबानी। जय गुरुदेव। बहुत बहुत धन्नवाद मानयोग मुख मंत्री साहब। ਤਾਂ ਜਲੰਧਰ ਦੇ ਵਿੱਚ ਸੰਬੋਧਨ ਕਰ ਰਹੇ ਨੇ ਸੀਐਮ ਭਗਵੰਤ ਮਾਨ ਔਰ ਸੰਬੋਧਨ ਫਿਲਹਾਲ ਉਹਨਾਂ ਨੇ ਖਤਮ ਕੀਤਾ ਹੈ। ਤਾਂ ਪਹਿਲੀ ਤਸਵੀਰ ਦੇ ਵਿੱਚ ਸੀਐਮ ਭਗਵੰਤ ਮਾਨ ਖੁਦ ਨਜ਼ਰ ਆ ਰਹੇ ਨੇ ਔਰ ਦੂਜੀ ਦੇ ਵਿੱਚ ਉਹਨਾਂ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਜ਼ਰ ਆ ਰਹੇ ਨੇ। ਚੰਡੀਗੜ੍ਹ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਪਹੁੰਚੇ ਨੇ। ਇਲੈਕਟ੍ਰਿਕ ਵਹੀਕਲ ਦੱਸ ਦਈਏ, ਇਲੈਕਟ੍ਰਿਕ ਵਹੀਕਲ ਐਕਸਪੋ ਦੇ ਵਿੱਚ ਮਿਸਿਸ ਮਾਨ ਪਹੁੰਚੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪਹਿਲੀ ਤਸਵੀਰ ਹੈ ਸੀਐਮ ਭਗਵੰਤ ਮਾਨ ਨੂੰ ਲਾਈਵ ਤਸਵੀਰਾਂ ਨੇ। ਸੰਬੋਧਨ ਤੋਂ ਬਾਅਦ ਹੁਣ ਸਨਮਾਨਿਤ ਕੀਤਾ ਜਾ ਰਿਹਾ ਔਰ ਇੱਧਰ ਦੂਸਰੇ ਪਾਸੇ ਮਿਸਿਸ ਮਾਨ ਕੇਕ ਕੱਟ ਰਹੇ ਨੇ। ਕੇਕ ਕੱਟ ਕੇ ਉਹਨਾਂ ਦੇ ਵੱਲੋਂ ਇੱਥੇ ਜਿਹੜੀ ਹੈ ਉਹ ਸ਼ਮੂਲੀਅਤ ਕੀਤੀ ਗਈ ਹੈ ਔਰ ਖਾਸ ਤੌਰ ਤੇ ਦੱਸ ਦਈਏ ਕਿ ਇਲੈਕਟ੍ਰਿਕ ਵਹੀਕਲ ਐਕਸਪੋ ਹੈ ਜਿੱਥੇ ਕਿ ਉਹਨਾਂ ਦੇ ਵੱਲੋਂ ਪਹੁੰਚਿਆ ਗਿਆ ਹੈ। ਇਲੈਕਟ੍ਰਿਕ ਵਹੀਕਲ ਨੂੰ ਕੱਲ ਹੀ ਦੱਸ ਦਈਏ ਕਿ ਕੈਬਨਿਟ ਦੇ ਵੱਲੋਂ ਇੱਕ ਖਾਸ ਤੌਰ ਤੇ ਜਿਹੜੀ ਹੈ ਉਹ ਅੱਗੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਥੋੜੀ ਲੀਨੀਅੰਸੀ ਕੀਤੀ ਜਾਵੇਗੀ, ਉਸ ਨੂੰ ਵਧਾਵਾ ਦਿੱਤਾ ਗਿਆ ਹੈ। ਤਾਂ ਉਸੇ ਦੇ ਚੱਲਦੇ ਕਹਿ ਸਕਦੇ ਆ ਕਿ ਇਹ ਐਕਸਪੋ ਦਾ ਜਿਹੜਾ ਦੂਸਰੀ ਤਸਵੀਰ ਤੁਸੀਂ ਵੇਖ ਰਹੇ ਹੋ ਤਾਂ ਇਹ ਖਾਸ ਤੌਰ ਤੇ ਇੱਥੇ ਇੱਕ ਸਮਾਗਮ ਹੈ ਔਰ ਉੱਥੇ ਮਿਸਿਸ ਮਾਨ ਪਹੁੰਚੇ ਨੇ, ਡਾਕਟਰ ਗੁਰਪ੍ਰੀਤ ਕੌਰ ਪਹੁੰਚੇ ਨੇ, ਕੇਕ ਕੱਟਿਆ ਗਿਆ ਉਹਨਾਂ ਦੇ ਵੱਲੋਂ। ਪਹਿਲੀ ਤਸਵੀਰ ਦੇ ਵਿੱਚ ਸੀਐਮ ਭਗਵੰਤ ਮਾਨ ਗੁਰੂ ਰਵਿਦਾਸ ਜੀ ਦੇ ਇਸ ਖਾਸ ਦਿਨ ਤੇ ਪਹੁੰਚੇ ਨੇ, ਪ੍ਰਕਾਸ਼ ਪੁਰਬ ਤੇ ਪਹੁੰਚੇ ਨੇ ਔਰ ਉਸ ਨੂੰ ਲੈ ਕੇ ਜਿੱਥੇ ਸੰਬੋਧਨ ਕੀਤਾ ਸਟੇਜ ਤੋਂ ਤਾਂ ਉੱਥੇ ਹੀ ਮੱਥਾ ਟੇਕਿਆ ਜਾ ਰਿਹਾ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਮੱਥਾ ਟੇਕਿਆ ਜਾ ਰਿਹਾ ਔਰ ਇੱਥੋਂ ਦੇ ਜਿਹੜੇ ਹਲਕਿਆਂ ਦੇ ਵਿਧਾਇਕ ਨੇ ਉਹ ਵੀ ਨਾਲ ਮੌਜੂਦ ਨੇ। ਤਸਵੀਰਾਂ 'ਚ ਦੇਖ ਰਹੇ ਹੋ ਵਿਧਾਇਕ ਦੇ ਨਾਲ ਹੋਰ ਜਿਹੜੇ ਬਾਕੀ ਦੇ ਵਰਕਰ ਪਹੁੰਚੇ ਹੋਏ ਨੇ ਔਰ ਬਹੁਤ ਵੱਡੀ ਤਾਦਾਦ ਲੋਕਾਂ ਦੀ ਹੈ ਜਲੰਧਰ 'ਚ ਜਿਹੜੀ ਪਹੁੰਚੀ ਹੈ। ਦੂਜੇ ਪਾਸੇ ਮਿਸਿਸ ਮਾਨ ਨੇ, ਦੂਜੇ ਪਾਸੇ ਡਾਕਟਰ ਗੁਰਪ੍ਰੀਤ ਕੌਰ ਨੇ ਜੋ ਕਿ ਚੰਡੀਗੜ੍ਹ 'ਚ ਨੇ। ਇੱਥੇ ਇਹਨਾਂ ਦੇ ਵੱਲੋਂ ਕੇਕ ਕੱਟਿਆ ਗਿਆ ਹੈ। ਤਾਂ ਚੰਡੀਗੜ੍ਹ ਦੇ ਵਿੱਚ ਤਸਵੀਰਾਂ ਨੇ ਇਲੈਕਟ੍ਰਿਕ ਵਹੀਕਲ ਯਾਨੀ ਕਿ ਜੋ ਬਿਜਲੀ ਦੇ ਨਾਲ ਚੱਲਣ ਵਾਲੇ ਵਾਹਨ ਨੇ ਉਹਨਾਂ ਨੂੰ ਲੋਕਾਂ ਤੱਕ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਵੱਧ ਤੋਂ ਵੱਧ ਉਹਨਾਂ ਦਾ ਰੁਝਾਨ ਇਹਨਾਂ ਵਾਹਨਾਂ ਦੇ ਵੱਲ ਲੈ ਕੇ ਆਇਆ ਜਾਵੇ, ਉਸ ਨੂੰ ਲੈ ਕੇ ਥੋੜਾ ਸਰਕਾਰ ਹੈ ਜੋ ਜ਼ਿਆਦਾ ਵਧਾਵਾ ਦੇਵੇਗੀ ਔਰ ਉਸ ਦੇ ਵਿੱਚ ਛੋਟਾਂ ਵੀ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਯਾਨੀ ਕਿ ਕੁਝ ਡਿਸਕਾਊਂਟ ਹੋਣਗੇ। ਸੋ ਉਹ ਸਾਰੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਦੂਸਰੀ ਵਾਲੀ ਜੋ ਤਸਵੀਰ ਹੈ ਉਹ ਚੰਡੀਗੜ੍ਹ ਦੀ ਤਸਵੀਰ ਹੈ। ਮਿਸਿਸ ਮਾਨ ਡਾਕਟਰ ਗੁਰਪ੍ਰੀਤ ਕੌਰ ਪਹੁੰਚੇ ਹੋਏ ਨੇ। ਤਾਂ ਇਹ ਪਹਿਲੀ ਤਸਵੀਰ ਦੇ ਵਿੱਚ ਭਗਵੰਤ ਮਾਨ, ਸੀਐਮ ਭਗਵੰਤ ਮਾਨ ਉਹਨਾਂ ਤੋਂ ਰਿਬਨ ਕਟਵਾਈ ਕਹਿ ਲਈਏ ਤਾਂ ਇੱਕ ਕਿਸਮ ਦਾ ਜੋ ਹੈ ਉਹ ਉਦਘਾਟਨ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ। ਤਾਂ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਹੇ ਹਾਂ। ਸੀਐਮ ਭਗਵੰਤ ਮਾਨ ਜਲੰਧਰ ਦੇ ਦੌਰੇ ਤੇ ਨੇ, ਜਲੰਧਰ 'ਚ ਪਹੁੰਚੇ ਨੇ ਔਰ ਦੂਜੀ ਤਸਵੀਰ ਮਿਸਿਸ ਮਾਨ ਦੀ, ਡਾਕਟਰ ਗੁਰਪ੍ਰੀਤ ਕੌਰ ਦੀ ਜਿਹੜੇ ਕਿ ਇਸ ਖਾਸ ਪ੍ਰੋਗਰਾਮ ਦੇ ਵਿੱਚ ਪਹੁੰਚੇ। ਇਲੈਕਟ੍ਰੀਕਲ ਵਹੀਕਲ ਇਸ ਕਿਸਮ ਦੇ ਨਾਲ ਅੱਗੇ ਜਿਹੜੇ ਨੇ ਉਹ ਲੋਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਰੁਚੀ ਵਧੇ, ਇੰਟਰਸਟ ਵਧੇ ਔਰ ਉਹਨਾਂ ਨੂੰ ਲੱਗੇ ਕਿ ਫਾਇਦਾ ਹੈ। ਤਾਂ ਉਹ ਉਸ ਪ੍ਰੋਗਰਾਮ ਦੇ ਵਿੱਚ ਉਸ ਸਮਾਗਮ 'ਚ ਪਹੁੰਚੇ ਨੇ ਖੁਦ ਡਾਕਟਰ ਗੁਰਪ੍ਰੀਤ ਕੌਰ ਔਰ ਦੂਜੇ ਪਾਸੇ सीएम भगवंत मान गुरु रविदास जी के जन्म दिवस को समर्पित शोभा यात्रा है। शोभा यात्रा चलनी है तो उसको पहला रिबन कटिया और दूजे पासे इलैक्ट्रिकल व्हीकल दे इस समागम च मिसिस गुरप्रीत कौर पहुंचे ने। डॉक्टर गुरप्रीत कौर जिहड़े कि खुद वाहन ते बैठे स्कूटरी ते बैठे स्कूटर भी असीं कह दिंदे आ जिथे बैठ के उन्होंने एक तस्वीर जिहड़ी है वो खिंचवाई है। एक सुनेहा हुंदा है, एक मैसेज हुंदा है जदों इस किस्म दे नाल कोई बड़ी शख्सियत जिहड़ी है वो उन्हां दे वल्लों बैठिया जांदा है जे कि किसी भी वाहन ते या फिर किसी भी खास थां ते तां फिर एक सुनेहा ही पहुंचाना हुंदा है। तां फिर उस किस्म दे नाल एक तस्वीर जिहड़ी है डॉक्टर गुरप्रीत कौर ने खिंचवाई है।
इस शोभा यात्रा का तो पहली तस्वीर च शोभा यात्रा ਦੀਆਂ ਤਸਵੀਰਾਂ ਨੇ 150 ਟਰੈਕਟਰ ਕਿਹਾ ਜਾ ਰਿਹਾ ਕਿ ਸ਼ੋਭਾ ਯਾਤਰਾ ਦੇ ਵਿੱਚ ਜਾਣਾ ਹੈ ਜਿਸ ਦਾ ਜ਼ਿਕਰ ਸਟੇਜ ਤੋਂ ਕੀਤਾ ਸੀਐਮ ਭਗਵੰਤ ਮਾਨ ਨੇ और सुंदर शोभा यात्रा सजाई गई है। गुरु रविदास जी का जन्म दिवस है जिसਨੂੰ समर्पित ये शोभा यात्रा सजाई गई है और ਇਸ ਦੀ ਰਵਾਨਗੀ ਹੋਣੀ ਹੈ। ਇਸ ਨੂੰ ਲੈ ਕੇ ਹੀ ਸੀਐਮ ਦੇ ਵੱਲੋਂ ਰਿਬਨ ਕੱਟਿਆ ਗਿਆ ਸੀ और ਇੱਥੇ ਦੂਜੇ ਪਾਸੇ ਸਵਾਗਤ ਹੋ ਰਿਹਾ ਹੈ, ਗੁਲਦਸਤਾ ਭੇਂਟ ਕੀਤਾ ਜਾ ਰਿਹਾ ਹੈ ਡਾਕਟਰ ਗੁਰਪ੍ਰੀਤ ਕੌਰ ਨੂੰ। ਈਵੀ ਐਕਸਪੋ ਅੱਜ ਪਹੁੰਚੇ ਹੋਏ ਨੇ ਡਾਕਟਰ ਗੁਰਪ੍ਰੀਤ ਕੌਰ, ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਸ਼ਮੂਲੀਅਤ ਕੀਤੀ ਗਈ ਹੈ और पहली तस्वीर जिहड़ी है वो सीएम भगवंत मान ने संबोधन दे विच जिक्र किया कंमां कारां दा, सरकार किस तरीके दे नाल काम करना चाहुंदी है, लोकां दा किन्ना साथ चाहीदा है, अगे उन्हां दा टिच्चा की है। सब तो अहम गल उन्होंने कही कि लोकां दे सज्जे ते खब्बे 500 मीटर ते एक तां मुहल्ला क्लीनिक होवे ताकि दवाई बूटी दी जेकर तुहानूं लोड़ पैंदी है तो तुहाडे पैसे ना लगण, इलाज हो जाए और दूजा तुहाडे नेड़े तेरे एक चंगा सरकारी स्कूल होवे ताकि तुहाडे बच्चे उत्थों सिक्ख्या चंगी हासिल कर लैन। ये एक दो मुख मकसद ने मौजूदा सरकार दे। इस तो इलावा उन्होंने कंमां कारां नूं लैके जिक्र किया है कि जिन्ना असीं बोलदे हां उन्ना ही करदे हां, जिन्ना असीं कर सकदे हां उन्ना ही बोलदे हां, वाधू नहीं जिक्र किया जांदा। उन्होंने भी कहा कि पुरानियां सरकारां दे विच वड्डे वड्डे अमाउंट जिहड़े ने उसदा अनाउंसमेंट हो जांदा सी पर पैसे लोकां तक नहीं सी पहुंचदे, पर अजिहा असीं नहीं करदे, जिन्ना असीं कहने हां उन्ना असीं पूरा करदे हां। तो पहली तस्वीर च सीएम भगवंत मान नजर आ रहे हैं, दूजी दे विच उन्हां दे पत्नी डॉक्टर गुरप्रीत कौर मुख मेहमान दे वजों अज इत्थे पहुंचे ने, एक्सपो पहुंचे ने। ईवी यानी कि इलैक्ट्रिकल व्हीकल जो बिजली दे नाल वाहन चलदे ने और जिस दे विच पेट्रोल डीजल नहीं पैंदा, चार्जेबल वो व्हीकल हुंदा है तां किस किस्म दे नाल लोकां नूं उहदे वल अगे वधाया जाएगा, वो किवें रुझान होएगा उस नूं लैके कल भी कैबिनेट च जिक्र होया और उस पॉलिसी नूं भी जिहड़ी है मंजूरी दे दी कैबिनेट ने। तो फिर उस संदर्भ दे विच भी इस खास समागम च असीं कह सकते हैं कि डॉक्टर गुरप्रीत कौर ने शमूलियत की है। तो तस्वीरां असीं लगातार सीधियां दिखा रहे हैं। जलंधर दे विच शोभा यात्रा कड्ढी जा रही है, उसकी शुरुआत एक किस्म दे नाल कर रहे ने सीएम भगवंत मान और दूजी तस्वीर जिहड़ी है एक लगातार वो भी तुहानूं दिखा रहे सी डॉक्टर गुरप्रीत कौर जिथे चंडीगढ़ च मौजूद ने और गुरु की सिक्ख्या नाल जीवन असीं सोच सकते हाँ, सेध सकते हाँ। ये सीएम भगवंत मान ने जिक्र किया है कि किवें एक गुरु जो हुंदा है बेशक वो किसी रूप च भी होवे, पिता के रूप च होवे, किसी रूप च भी होवे, वो साडा जीवन जो है वो सार्थक कर दिंदा है। तो असीं अपने जेकर पैरां ते हो जाइए, कोई भी साडी आउण वाली पीढ़ी है मौजूदा है, जेकर उसदे कोल नौकरी है, जेकर उसदे कोल सिक्ख्या है तो फिर उसनूं किसी दे वल तक्कण दी लोड़ नहीं पैंदी। ये सारियां गल्लां दा जिक्र स्टेज तो कीता है सीएम भगवंत मान ने। तो शोभा यात्रा च शमूलियत की है। तो डॉक्टर गुरप्रीत कौर गल कर रहे हैं और उन्होंने वालों जिक्र किया जा रहा है, अपनी गल रखणगे। चंडीगढ़ च दस दिए कि इलैक्ट्रिकल व्हीकल एक्सपो का अज दूजा दिन है। चंडीगढ़ के सैक्टर 34 के प्रदर्शनी मैदान के दस दिए कि ईवी एक्सपो लग्या होया। कैबिनेट मंत्री डॉक्टर इंदरबीर निज्जर जिहड़े ने वो भी पहुंचे ने। चंडीगढ़ के विच भी पॉलिसी ਨੂੰ ਮਨਜ਼ੂਰੀ ਦਿੱਤੀ ਔਰ 15% रोड टैक्स ਦੇ ਵਿੱਚ ਵੀ ਛੂਟ ਦਿੱਤੀ ਗਈ ਹੈ। ਕਿੰਨਾ ਕੁ ਲਾਭ ਹੋਏਗਾ ਇਸ ਦੇ ਨਾਲ ਪੰਜਾਬ ਨੂੰ? देखो बहुत फायदा होगा लोगों का, जिन्हां दा लेना चाਹੁੰਦੇ ਨੇ ਉਹਨਾਂ ਨੂੰ ਸਬਸਿਡੀ ਪ੍ਰੋਵਾਈਡ ਕੀਤੀ ਹੈ तो अपना अगे रोजगार भी कर सकते हैं, जिवें कि ऑटो रिक्शास ने ਜਿਹੜੇ इलैक्ट्रिक ने, इन्हां नाल लोकां ਨੂੰ बहुत फायदा होगा, रोजगार ਲਈ भी फायदा होगा तो वैसे पोल्यूशन ਦਾ ਵੀ फायदा होगा, भी पोल्यूशन घट होगा जी। ਸਾਡੇ ਤੋਂ ਵੀ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਤੁਹਾਡਾ ਵਹੀਕਲ ਵੀ ਈਵੀ ਹੋ। ਹੋਪਫੁਲੀ ਜੀ, ਮੈਂ ਤਾਂ ਚਾਹੁੰਦੀ ਹਾਂ, ਇਹ ਤਾਂ ਬਹੁਤ ਵਧੀਆ ਸਟੈਪ ਹੈ ਤੇ ਹੋਣਾ ਚਾਹੀਦਾ, ਸਾਰਿਆਂ ਦੇ ਹੀ ਹੋਣਾ ਚਾਹੀਦਾ ਜੀ, ਕੱਲਾ ਮੇਰਾ ਨਹੀਂ। ਨੈਕਸਟ ਐਕਸਪੋ ਜਿਹੜਾ ਕਿ ਪੰਜਾਬ 'ਚ ਵੀ ਕਹਿ ਰਹੇ ਸੀਗੇ ਜਿੱਦਾਂ ਕਿ ਜਲੰਧਰ ਕੋਈ ਵੀ ਸਿਟੀ 'ਚ ਹੋਣਾ ਚਾਹੀਦਾ ਕਿ ਲੋਕ ਨਾਰਮਲ ਜਿਹੜੇ ਆਉਂਦੇ ਨੇ ਉਹ ਵੀ ਦੇਖਣ ਗੱਡੀਆਂ ਨਹੀਂ ਸਾਰੇ ਹਾਂ ਕਰਾਂਗੇ। ਇਹ ਤਾਂ ਮਤਲਬ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਲੱਗਦੇ ਰਹਿਣਗੇ ਐਗਜ਼ੀਬਿਸ਼ਨਸ ਵੱਖਰੇ ਵੱਖਰੇ ਸਿਟੀਜ਼ 'ਚ, ਤਾਂ ਵਧੀਆ ਲੋਕੀ ਪ੍ਰੇਰਿਤ ਹੋਣਗੇ ਤੇ ਇੱਧਰ ਜਾਣਗੇ ਹਾਈਬ੍ਰਿਡ ਕਾਰਾਂ ਵੱਲ। ਥੈਂਕ ਯੂ ਸੋ ਮਚ। ਬਿਲਕੁਲ ਦੇਖੋ
ਤਾਂ ਡਾਕਟਰ ਗੁਰਪ੍ਰੀਤ ਕੌਰ ਜਿਨ੍ਹਾਂ ਦਾ ਕਹਿਣਾ ਹੈ ਕਿ ਈਵੀ ਯਾਨੀ ਕਿ ਇਲੈਕਟ੍ਰੀਕਲ ਵਹੀਕਲ ਜਿਹੜੇ ਨੇ ਉਹ ਇੱਕ ਬਹੁਤ ਚੰਗੀ ਪਹਿਲ ਹੈ। ਸਬਸਿਡੀ ਸਰਕਾਰ ਦੇ ਰਹੀ ਹੈ, ਕੁਝ ਛੋਟ ਦਿੱਤੀ ਜਾਵੇਗੀ ਜਿਹੜੇ ਕਿ ਇਸ ਵਾਹਨ ਨੂੰ ਲੈਣਗੇ। ਤਾਂ ਜਦੋਂ ਸਵਾਲ ਕੀਤਾ ਗਿਆ ਉਹਨਾਂ ਦੇ ਵਾਹਨ ਬਾਰੇ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਬਿਲਕੁਲ ਮੇਰਾ ਵੀ ਵਾਹਨ ਜੇਕਰ ਈਵੀ ਹੋਏਗਾ ਤਾਂ ਬਿਹਤਰ ਹੈ ਔਰ ਬਾਕੀ ਸਾਰਿਆਂ ਦੇ ਵੀ ਹੋਣੇ ਚਾਹੀਦੇ ਨੇ, ਸਿਰਫ ਉਹਨਾਂ ਦਾ ਹੀ ਕਿਉਂ ਨਾ। ਤਾਂ ਇਹ ਐਗਜ਼ੀਬਿਸ਼ਨ ਲੱਗਿਆ ਸੀ ਸੋ ਜਿਸ ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਤਾਂ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਨਿੱਜਰ ਵੀ ਪਹੁੰਚੇ ਸਨ। ਚੰਡੀਗੜ੍ਹ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਦੱਸਦੇ ਕਿ ਈਵੀ ਐਕਸਪੋ ਦਾ ਆਯੋਜਨ ਹੋਣਾ ਚਾਹੀਦਾ ਹੈ। ਨਿੱਜਰ ਦਾ ਇਹ ਕਹਿਣਾ ਹੈ ਇਲੈਕਟ੍ਰੀਕਲ ਵਹੀਕਲ ਲਈ ਰੋਡ ਟੈਕਸ ਦੇ ਵਿੱਚ 15% ਦੀ ਜਿਹੜੀ ਛੋਟ ਹੈ ਉਹ ਦਿੱਤੀ ਹੈ। ਤਾਂ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਤਾਂ ਇੰਦਰਬੀਰ ਨਿੱਜਰ ਵੀ ਖੁਦ ਪਹੁੰਚੇ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸ ਮੌਕੇ ਦੀਆਂ। ਇਸ ਐਗਜ਼ੀਬਿਸ਼ਨ ਦੇ ਵਿੱਚ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਹੈ ਔਰ ਮੌਕੇ ਤੇ ਵੱਖੋ-ਵੱਖ ਵਾਹਨ ਜਿਹੜੇ ਨੇ ਉਹ ਲਗਾਏ ਗਏ ਸਨ, ਗੱਡੀਆਂ ਤੋਂ ਲੈ ਕੇ ਟਰੈਕਟਰ ਤੱਕ। ਦੱਸ ਦਈਏ ਕਿ ਇਹ ਲਗਾਏ ਗਏ ਸੀ ਐਗਜ਼ੀਬਿਸ਼ਨ ਦੇ ਵਿੱਚ ਇਹ ਇਲੈਕਟ੍ਰੀਕਲ ਵਾਹਨ। ਤਾਂ ਇਹ ਇੰਦਰਬੀਰ ਨਿੱਜਰ ਦੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। जी ਅਸੀਂ ਸਟਾਰਟ ਕੀਤਾ ਹੈ, ਸੋ ਇਹਨੂੰ ਦੇਖਦੇ ਹਾਂ ਲੋਕ ਕਿਸ ਤਰ੍ਹਾਂ ਇਸ ਗੱਲ ਨੂੰ ਟੇਕ ਅਪ ਕਰਦੇ ਨੇ। ਇਲੈਕਟ੍ਰੀਕਲ ਵਾਸਤੇ ਮੈਂ ਰਿਕੁਐਸਟ ਕਰਾਂਗਾ ਇਹਨਾਂ ਨੂੰ ਕਿ ਮਾਰਕੀਟ ਚੰਡੀਗੜ੍ਹ ਜ਼ਿਆਦਾ ਵੱਡੀ ਹੈ ਤਾਂ ਇਹ ਸਭ ਆਬਵੀਅਸਲੀ ਇਹਨਾਂ ਇੱਥੇ ਲਗਾਉਣਾ ਸੀ ਪਹਿਲਾਂ ਔਰ ਚੰਡੀਗੜ੍ਹ ਨੂੰ ਜ਼ਿਆਦਾ ਕਵਰੇਜ ਮਿਲ ਜਾਂਦੀ ਹੈ। ਇਹਦੇ ਬਾਅਦ ਪੰਜਾਬ ਚੈਨਲ ਨੂੰ ਰਿਕੁਐਸਟ ਕਰਾਂਗਾ ਕਿ ਕਿਸੇ ਸ਼ਹਿਰ ਨੂੰ ਚੂਜ਼ ਕਰਕੇ ਲੁਧਿਆਣਾ ਚੂਜ਼ ਕਰ ਲੈਣ, ਅੰਮ੍ਰਿਤਸਰ ਚੂਜ਼ ਕਰ ਲੈਣ, ਜਿੱਥੇ ਠੀਕ ਲੱਗੇ ਤੇ ਉੱਥੇ ਵੀ ਜ਼ਰੂਰ ਐਗਜ਼ੀਬਿਸ਼ਨ ਬਿਗਨ ਵਿਦ ਅਸੀਂ ਸਟਾਰਟ ਕੀਤੀ ਹਾਲੇ। ਸੋ ਜਿਸ ਤਰ੍ਹਾਂ ਲੋਕਾਂ ਦਾ ਫੀਡਬੈਕ ਮਿਲੇਗਾ, ਤੁਹਾਡਾ ਇੰਡਸਟਰੀ ਦਾ ਪ੍ਰੈਸ ਦਾ ਫੀਡਬੈਕ ਮਿਲੇਗਾ, ਉਹਨੂੰ ਲੈ ਕੇ ਅਸੀਂ ਮੋਡੀਫਾਈ ਕਰ ਲਾਂਗੇ। ਕਦੇ ਵੀ ਪਾਲਿਸੀ ਕਦੇ ਮੋਡੀਫਾਈ। ਤਾਂ ਈਵੀ ਐਕਸਪੋ ਦੇ ਵਿੱਚ ਇਲੈਕਟ੍ਰਿਕ ਟਰੈਕਟਰ ਖਿੱਚ ਦਾ ਕੇਂਦਰ ਬਣਿਆ ਹੋਇਆ। 13-14 ਲੱਖ ਦੀ ਕੀਮਤ ਦੇ ਟਰੈਕਟਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਾਕੀ ਦੇ ਡੀਜ਼ਲ ਟਰੈਕਟਰਾਂ ਦੇ ਨਾਲ ਵੱਧ ਪਾਵਰਫੁਲ ਹੈ, ਜਿਸ ਨੂੰ ਆਟੋਨੈਕਸ ਕੰਪਨੀ ਨੇ ਡਿਜ਼ਾਈਨ ਕੀਤਾ ਹੈ। ਆਖਰ ਇਸ ਟਰੈਕਟਰ ਦੀ ਕੀ ਖਾਸੀਅਤ ਹੈ, ਜਾਣਕਾਰੀ ਦੇ ਰਹੇ ਨੇ ਸਾਡੇ ਸਹਿਯੋਗੀ ਉਮੇਸ਼ ਸ਼ਰਮਾ। ਆਟੋਮੇਸ਼ਨ ਟਰੈਕਟਰ ਔਰ ਟਰੈਕਟਰ ਪੰਜਾਬ ਦੀ ਖੇਤੀ ਹੈ, ਕਿਸੇ ਵੀ ਸਟੇਟ 'ਚ ਖੇਤੀ 'ਚ ਟਰੈਕਟਰ ਜ਼ਰੂਰ ਯੂਜ਼ ਹੁੰਦਾ ਹੈ। ਈਵੀ ਟਰੈਕਟਰ ਹੈ ਜੀ, ਇਹ ਜਿੱਦਾਂ ਡੀਜ਼ਲ ਦਾ ਟਰੈਕਟਰ ਹੈ, ਹੁਣ ਇਹ ਈਵੀ ਟਰੈਕਟਰ ਹੈ। ਖਾਸੀਅਤ ਕੀ ਇਸ ਟਰੈਕਟਰ ਦੀ ਉਹ ਵੀ ਦੱਸਾਂਗੇ। ਇਹਦੇ ਵਿੱਚ ਡਿਜੀਟਲ ਦਾ ਜਿਹੜਾ ਯੁੱਗ ਹੈ ਔਰ ਇਹਦੇ ਵਿੱਚ ਵੀ ਇੱਕ ਛੋਟਾ ਜਿਹਾ ਸਾਨੂੰ ਦਿਖ ਰਿਹਾ ਸਕਰੀਨ, ਡਿਜੀਟਲ ਸਕਰੀਨ ਮੋਡ ਲਈ, ਯਾਨੀ ਕਿ ਤੁਸੀਂ ਟਰਾਲੀ ਲੋਡ ਕਰਨੀ ਹੈ ਤਾਂ ਨਾਰਮਲ ਮੋਡ ਹੈ, ਜੇ ਬੇਲਰ ਯੂਜ਼ ਕਰਨਾ ਤਾਂ ਉਹਦੇ ਲਈ ਮੋਡ ਸੈੱਟ ਕਰਨਾ ਪੈਂਦਾ ਹੈ। ਹੋਰ ਇਸ ਟਰੈਕਟਰ ਦੀ ਖਾਸੀਅਤ ਕੀ ਹੈ ਉਹ ਵੀ ਦੱਸਾਂਗੇ। ਲੇਕਿਨ ਤੁਸੀਂ ਦੇਖੋ ਕਿ ਗੱਡੀਆਂ ਤਾਂ ਬਹੁਤ ਦਿਖੀਆਂ, ਈਵੀ ਟਰੈਕਟਰ ਦਾ ਜ਼ਮਾਨਾ ਵੀ ਆ ਗਿਆ, ਕਿੱਥੇ ਤੱਕ ਅੱਗੇ ਟੈਕਨੋਲੋਜੀ ਜਾ ਰਹੀ ਹੈ। ਇਹ ਟਰੈਕਟਰ ਦੇ ਬਾਰੇ ਵਿਸਤਾਰ ਨਾਲ ਜਦੋਂ ਗੱਲ ਕਰੀਏ ਤਾਂ ਟਰੈਕਟਰ ਨੂੰ ਦੇਖ ਕੇ ਇੱਕ ਥੋੜਾ ਜਿਹਾ ਲੱਗਦਾ ਕਿ ਕਿਆ ਵਾਕਈ ਈਵੀ ਉਨਾ ਕੁ ਕਾਮਯਾਬ ਹੈ ਜਿੰਨਾ ਕੁ ਆਪਾਂ ਦੂਜੇ ਟਰੈਕਟਰ ਦੇਖਦੇ ਨੇ। लेकिन वाकई ये कामयाब है, क्यों है वो दसांगे। साडे नाल मौजूद ने इस कंपनी दे, क्या नाम है जी आपका? पंकज गोयल, मैं को फाउंडर और सीईओ हूं कंपनी का। पंकज गोयल जी, जिद्दां पंजाब च या हरियाणा या कोई भी स्टेट च खेती ट्रैक्टर दा है ना, जदों खेत किसान ट्रैक्टर एक कॉम्बिनेशन है। ईवी ट्रैक्टर तुसीं कढिया है, ईवी ट्रैक्टर ये नॉर्मल डीजल ट्रैक्टर तो किस तरह लगा? तो ट्रैक्टर में जो ड्राइवर होता है उसको बहुत वाइब्रेशन आती है इंजन की वजह से भी। एक तो टायर में भी सस्पेंशन नहीं होता है तो इसमें वाइब्रेशन नहीं है, पहली चीज। फिर हम ग्रीन एरिया में हैं, सब कुछ हरा भरा है। डीजल का जो फ्यूम है वो पोल्यूट कर रहा है एयर को, तो इसमें कोई धुआं नहीं है, एकदम क्लीन एयर है। स्टार्ट कर सकते हैं? हाँ, इसको अभी अगर हम चालू करते हैं, नहीं अभी ये गियर में है, विल हैव टू बी केयरफुल, यहाँ पे थोड़ा निकल जाएगा। तो तीसरा चीज है कि जो किसान है उसे प्रोडक्टिविटी चाहिए, अपना जो खेती कर रहा है वो कम से कम पैसे में कर सके। तो डीजल जितने का खर्च होता है, इसमें अगर जो हम बिजली लगाएं इक्विवेलेंट, तो वो आपको 1/6 या 1/7 का सेविंग है। तो अगर आपने 100 रुपए का डीजल लगाया तो शायद आपको इसमें 16 रुपए या 20 रुपए की चार्जिंग का पैसे लगेंगे। ਕਿਉਂਕਿ ਗੱਲ ਹੈ ਸਾਰੀ ਡੀਜ਼ਲ ਬਚਾਉਣ ਦੀ, ਗੱਲ ਹੈ ਸਾਰੀ ਪੈਟਰੋਲ ਬਚਾਉਣ ਦੀ। ਤੇ ਇੱਥੇ ਵੀ ਈਵੀ ਦਾ ਜਿਹੜਾ ਚਾਰਜਰ ਹੈ ਉਹ ਲਗਾਇਆ ਗਿਆ ਹੈ। ਫੁੱਲ ਚਾਰਜ ਹੋਣ ਚ ਸਿੰਗਲ ਚਾਰਜ ਤੇ 8 ਤੋਂ 10 ਘੰਟੇ ਇਸ ਤੋਂ ਕਮ ਤੁਸੀਂ ਇਸ ट्रैक्टर ਤੋਂ ਲੈ ਸਕਦੇ ਹੋ। ਚਾਰਜਰ ਪੁਆਇੰਟ है। ਗੱਲ है कि ਜੇ ਤੁਸੀਂ घर चार्ज करना है तो कितना टाइम लेता है जी घर चार्ज करने में? तो अगर आपका जो एसी वाला पॉइंट है उस पे ओवरनाइट चार्ज हो जाता है, मतलब 8 घंटे में चार्ज हो जाएगा पूरा। हाँ, और अगर आपने कितना चलेगा 8 घंटे फुल चार्ज? तो उसके बाद फिर वो जो हमने जैसे इसका नो लोड रेंज जो है वो 120-125 किलोमीटर है, और फिर लोड डिपेंडिंग उसके ऊपर रहेगा। और 5 एकड़ के ऊपर आपका एक चार्ज में निकाल देगा। 5 एकड़ की ਤੁਸੀਂ खेती ਕਰਦੇ ਹੋ, 5-7 एकड़ ਚ ਇੱਕ ਚਾਰਜਰ ਨਿਕਾਲ ਦੇਗਾ। ਔਰ ਇਹ ਐਦਾਂ ਨਹੀਂ ਕਿ ਖਾਲੀ ਕੋਈ ਐਦਾਂ, ਇਹਦੇ ਚ ਡਿਜ਼ਾਈਨ ਕਿਉਂਕਿ ਚੇਂਜ ਹੈ, ਇੰਜਨ
ਇੰਜਨ ਨਹੀਂ ਹੈ। इंजन नहीं है। ਇੰਜਨ ਨਹੀਂ ਹੈ, ਇਸ ਕਰਕੇ ਬੜਾ ਸਾਇਲੈਂਟ ਹੈ। ਔਰ ਜਦੋਂ ਇੰਜਨ ਵਾਲੇ ਹੁੰਦੇ ਤੁਹਾਨੂੰ ਪਤਾ ਕਿ ਪੂਰਾ ਇੱਕ ਵਾਈਬ੍ਰੇਸ਼ਨ, ਜਿੱਦਾਂ ਗੱਲ ਕੀਤੀ, ਸ਼ੋਰ ਵੀ ਹੁੰਦਾ, ਪੋਲੂਸ਼ਨ ਵੀ ਹੁੰਦਾ ਹੈ। ਅੱਗੇ ਵਧਾਂਗੇ ਤਾਂ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਜ਼ਿਕਰ ਕਰਾਂਗੇ। ਕਿਲਾ ਰਾਏਪੁਰ ਦੇ ਵਿੱਚ 83ਵੀਂ ਪੇਂਡੂ 올림픽 ਖੇਡਾਂ ਦੀ ਸ਼ੁਰੂਆਤ ਹੋ ਗਈ ਹੈ। ਦੱਸਦੇ ਕਿ ਇਸ ਦੇ ਵਿੱਚ ਪੰਜਾਬ ਦੀਆਂ ਵਿਰਾਸਤੀ ਖੇਡਾਂ, ਸਿੱਖ ਮਾਰਸ਼ਲ ਆਰਟ ਤੇ ਹੋਰ ਖੇਡ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਜਾਂਦੇ ਨੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬੀਤੇ ਦਿਨ ਦੱਸਦੇ ਕਿ ਸ਼ੁਰੂਆਤ ਹੋਈ ਸੀ ਔਰ ਅੱਜ ਦੂਸਰਾ ਦਿਨ ਹੈ। ਤਾਂ ਜ਼ਿਕਰਯੋਗ ਹੈ ਕਿ ਰਾਏਪੁਰ ਦੀਆਂ ਖੇਡਾਂ ਖੇਡ ਮੇਲਿਆਂ ਦੇ ਵਿੱਚੋਂ ਸਭ ਤੋਂ ਵੱਡਾ ਇਹ ਖੇਡ ਮੇਲਾ ਹੈ ਔਰ ਇਹ 1933 ਦੇ ਵਿੱਚ ਸ਼ੁਰੂ ਹੋਈਆਂ ਸਨ। ਤਾਂ ਹੁਣ ਦੱਸ ਦਈਏ ਕਿ ਪਲੈਟੀਨਮ ਜਿਹੜੀ ਜੁਬਲੀ ਹੈ ਉਹ ਮਨਾ ਚੁੱਕੀ ਹੈ ਇਹ ਖੇਡਾਂ ਔਰ ਖਾਸ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹਰ ਤਰ੍ਹਾਂ ਦੀਆਂ ਖੇਡਾਂ ਇੱਥੇ ਹੋ ਰਹੀਆਂ ਨੇ। 3 ਫਰਵਰੀ ਤੋਂ ਲੈ ਕੇ 6 ਫਰਵਰੀ ਤੱਕ ਇਹ ਖੇਡਾਂ ਹੋ ਰਹੀਆਂ ਨੇ। ਖਾਸ ਤੌਰ ਤੇ ਇਹ ਤਸਵੀਰਾਂ ਜਿਹੜੀਆਂ ਨੇ ਵੱਖੋ ਵੱਖਰੀਆਂ ਤੋਂ ਸਾਹਮਣੇ ਆਈਆਂ। ਕਿਰਪਾ ਕਰਕੇ ਜਦੋਂ ਵੀ ਪੈਸੇ ਲਾਂਚ ਕਰਦੇ ਹਨ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਤੁਹਾਨੂੰ ਪੇਂਡੂ ਖੇਡਾਂ ਦੇਖਣ ਨੂੰ ਮਿਲਣਗੀਆਂ। ਤਾਂ ਇੱਥੇ ਇੱਕ ਵੱਖਰਾ ਮੁਕਾਬਲਾ ਚੱਲ ਰਿਹਾ ਹੈ। ਇਹ ਹੈ ਜੀ ਟਰਾਲੀ ਬੈਕ, ਟਰੈਕਟਰ ਟਰਾਲੀ ਬੈਕ ਲਾਉਣ ਦਾ ਮੁਕਾਬਲਾ। ਇੱਕ ਨਿਸ਼ਾਨ ਦਿੱਤਾ ਗਿਆ ਔਰ ਇਹਦੇ ਵਿੱਚ ਟਰਾਲੀ ਨੂੰ ਬੈਕ ਲੈ ਕੇ ਜਾਣਾ ਹੈ, ਯਾਨੀ ਉਹੀ ਪਿੰਡਾਂ ਵਾਲੇ ਕੰਮ ਤੇ ਪਿੰਡਾਂ ਵਾਲੀਆਂ ਖੇਡਾਂ। ਯਾਨੀ ਕਿਉਂਕਿ ਅਕਸਰ ਅਸੀਂ ਦੇਖਦੇ ਪਿੰਡਾਂ ਦੇ ਵਿੱਚ ਟਰੈਕਟਰ ਟਰਾਲੀਆਂ ਜੋ ਚਲਾਏ ਜਾਂਦੇ ਨੇ, ਖੇਤਾਂ ਵਿੱਚ ਟਰਾਲੀ ਬੈਕ ਲਾਉਣੀ ਆ, ਤਾਂ ਉਹੀ ਅੱਜ ਇੱਥੇ ਮੁਕਾਬਲਾ ਵੀ ਹੈ, ਯਾਨੀ ਟਰਾਲੀ ਬੈਕ ਕਰਨ ਦਾ ਮੁਕਾਬਲਾ। ਇੱਕ ਪਲੇਅਰ ਨੇ ਟਰਾਲੀ ਬੈਕ ਲਾ ਦਿੱਤੀ ਹੈ, ਇਸ ਤੋਂ ਬਾਅਦ ਦੂਜਾ ਪਲੇਅਰ ਆਏਗਾ। ਦੋ ਜਿਹੜੇ ਮੌਕੇ ਦਿੱਤੇ ਜਾਂਦੇ ਨੇ, ਹੁਣ ਪਲੇਅਰ ਕਹਿ ਸਕਦੇ, ਖਿਡਾਰੀ ਕਹਿ ਸਕਦੇ ਆ, ਬਦਲ ਦਿੱਤਾ ਗਿਆ ਤਾਂ ਹੁਣ ਦੂਜਾ ਖਿਡਾਰੀ ਦੂਜਾ ਮੌਕਾ ਲਏਗਾ। ਪਹਿਲੇ ਖਿਡਾਰੀ ਨੇ 2 ਮੌਕੇ ਲਏ, ਹੁਣ ਦੂਜਾ ਖਿਡਾਰੀ ਜਿਹੜਾ ਹੈਗਾ ਉਹ ਟਰਾਲੀ ਬੈਕ ਲਾਉਣ ਦੇ ਲਈ ਟਰੈਕਟਰ ਤੇ ਸਵਾਰ ਹੋ ਗਿਆ। ਐਂਡ ਪੁਆਇੰਟ ਤੋਂ, ਯਾਨੀ ਜਿੱਥੇ ਖਤਮ ਹੋਈ ਸੀ ਇਹ ਰੇਸ ਕਹਿ ਲਓ, ਤਾਂ ਉੱਥੋਂ ਦੁਬਾਰਾ ਹੁਣ ਅੱਗੇ ਜਾਏਗਾ ਬੇਸ਼ੱਕ ਸਿੱਧਾ, ਪਰ ਲਾਉਣੀ ਬੈਕ ਆ ਟਰਾਲੀ, ਯਾਨੀ ਬੈਕ ਲਾਉਣੀ ਹੈ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਖੇਡ ਹੈ। ਪਿੰਡਾਂ ਦੇ ਸੱਭਿਆਚਾਰ ਦੇ ਨਾਲ ਇੱਕ ਵਿਰਾਸਤੀ ਖੇਡ ਕਹਿ ਸਕਦੇ ਆ ਕਿ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੇ ਕੰਮ ਨੇ ਉਹਦੇ ਨਾਲ ਮਿਲਦੀ ਜੁਲਦੀ ਇਹ ਖੇਡ ਬਣਾਈ ਗਈ ਹੈ। ਕਿਉਂਕਿ ਪਿੰਡ ਦੇ ਵਿੱਚ ਅਸੀਂ ਦੇਖੋ ਜੇ ਦਾਣੇ ਢੋਣੇ ਆ ਤੇ ਜੇ ਖੇਤ ਰੇਹ ਪਾਉਣੀ ਆ, ਮਿੱਟੀ ਲੈ ਕੇ ਆਉਣੀ ਆ ਜਾਂ ਪੱਠੇ ਲੈ ਕੇ ਆਉਣੇ ਆ, ਤਾਂ ਟਰਾਲੀ ਟਰੈਕਟਰ ਸਿੱਧਾ ਵੀ ਲਿਜਾਣਾ ਪੈਂਦਾ ਤੇ ਟਰਾਲੀ ਬੈਕ ਵੀ ਲਾਉਣੀ ਪੈਂਦੀ ਆ ਗਲੀਆਂ ਦੇ ਵਿੱਚ, ਭੀੜੀਆਂ ਗਲੀਆਂ ਦੇ ਵਿੱਚ। ਤਾਂ ਉਹਨਾਂ ਡਰਾਈਵਰਾਂ ਦੇ ਲਈ ਸ਼ਾਇਦ ਕੋਈ ਨਵੀਂ ਗੱਲ ਨਹੀਂ ਹੋਣੀ, ਪਰ ਹਾਂ ਇੱਕ ਮਿਣੇ ਚੁਣੇ ਥਾਂ ਦੇ ਵਿੱਚ ਲੰਮੀ ਵਾਟ ਤੱਕ ਸਿੱਧੀ ਬੈਕ ਟਰਾਲੀ ਲਾਉਣੀ ਆਪਣੇ ਆਪ ਦੇ ਵਿੱਚ ਇੱਕ ਕਲਾ, ਔਰ ਉਸੇ ਕਲਾ ਦਾ ਪ੍ਰਦਰਸ਼ਨ ਇੱਥੇ ਤੁਸੀਂ ਦੇਖ ਰਹੇ ਹੋ। ਲਓ ਜੀ ਦੂਜਾ ਖਿਡਾਰੀ ਆ ਗਿਆ, ਟਰਾਲੀ ਬੈਕ ਆ ਰਹੀ ਹੈ। ਲਓ ਜੀ ਸਪੀਡ ਵੀ ਪੂਰੀ ਹੈ, ਇਹਨੇ ਵੀ ਆਰਾਮ ਨਾਲ ਲੈ ਕੇ ਆਉਣੀ ਆ। ਪੂਰੀ ਸਪੀਡ ਦੇ ਵਿੱਚ ਇਹ ਟਰਾਲੀ ਬੈਕ ਲਾਈ ਜਾ ਰਹੀ ਹੈ। ਪਹਿਲਾਂ ਵਾਲੇ ਖਿਡਾਰੀ ਵਾਂਗੇ ਹੁਣ ਦੂਜਾ ਪਲੇਅਰ ਹੈ ਜੀ। ਮੁਕਾਬਲਾ ਸਖਤ ਕਹਿ ਸਕਦੇ ਦੋਨਾਂ ਦੇ ਵਿੱਚ, ਬਿਲਕੁਲ ਸਿੱਧੀ, ਬਾ ਕਮਾਲ, ਵਾਕਈ ਬਾ ਕਮਾਲ। ਪਹਿਲੇ ਮੌਕੇ ਦੇ ਵਿੱਚ ਬਿਲਕੁਲ ਸਿੱਧੀ ਟਰਾਲੀ। ਤਾਂ ਇਹੀ ਖਾਸੀਅਤ ਹੈ ਇਹਨਾਂ ਖੇਡਾਂ ਦੀ, ਇਹੀ ਇਹਨਾਂ ਖੇਡਾਂ ਦੀ ਖੂਬਸੂਰਤੀ ਹੈ। ਵਿਰਾਸਤੀ ਖੇਡਾਂ ਜਾਂ ਫਿਰ ਪੇਂਡੂ ਖੇਡਾਂ ਕਹਿ ਲਓ ਤੁਸੀਂ, ਤਾਂ ਇਹ ਹੈ ਪੇਂਡੂ 올림픽। ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਕਿਲਾ ਰਾਏ। ਅੱਗੇ ਵਧਾਂਗੇ। ਉਧਰ ਪੰਜਾਬ ਤੋਂ ਪੰਚਾਇਤ ਦੇ ਨੁਮਾਇੰਦਿਆਂ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ। ਪੰਚਾਇਤ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਏ ਨੇ ਰਾਹੁਲ ਗਾਂਧੀ। ਆਗਾਮੀ ਚੋਣਾਂ ਨੂੰ ਲੈ ਕੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਨੇ। ਮੁਲਾਕਾਤ ਦੇ ਦੌਰਾਨ ਦੱਸਦੇ ਕਿ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਰਾਹੁਲ ਗਾਂਧੀ ਨਜ਼ਰ ਆਏ ਨੇ ਔਰ ਇਹ ਮੁਲਾਕਾਤ ਜਿਹੜੀ ਹੈ ਉਸ ਦੀਆਂ ਤਸਵੀਰਾਂ ਖੁਦ ਰਾਹੁਲ ਗਾਂਧੀ ਨੇ ਸ਼ੇਅਰ ਕੀਤੀਆਂ ਨੇ। ਵੀਡੀਓ ਖੁਦ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਬਹੁਤ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਗੱਲਬਾत कर रहे हैं। स्टेट से निकला हूं, केरला से, सबसे घूम के निकला हूं। स्टेट के बारे में अलग चीजें दिखाई देती हैं, पॉलिटिक्स के बारे में भी अलग चीजें दिखती हैं, पार्टी के बारे में भी, पार्टी का स्ट्रक्चर क्या है, कैसा चलता है, वो भी दिखता है। मगर मैंने एक चीज नोट की केरला में, जो लोकल बॉडी वाले लोग थे वो फर्स्ट लाइन में चल रहे थे और उनको मतलब जो सीनियर नेता थे वो हटा नहीं पा रहे थे। मैं ये समझना चाह रहा था कि केरला में वो अपनी पोजीशन कैसे बना लेते हैं और यहाँ पे जो शायद आपकी पोजीशन होनी चाहिए वो आप क्यों नहीं बना पा रहे हो। पहले हमारा जो डिस्ट्रिक्ट प्रेसिडेंट वो उत्तम होता था, हमारी जो पीपीसी ऊपर होती थी, एआईसीसी ऊपर, अब वो लोग ऊपर आ गए जो कांग्रेस की उनके घरों में चले गए, लीडर्स के घरों में। ये दैट इज द मेन प्रॉब्लम इन पंजाब। मगर चुनाव में आपके बिना एमएलए तो जीत नहीं सकता। सर पॉसिबल ही नहीं है। पॉसिबल नहीं है।
तो फिर वो जानता है कि अगले चुनाव में भी इनकी जरूरत पड़ेगी, फिर वो आपको मतलब इन्वॉल्व क्यों नहीं करता? सर वहाँ एक प्रॉब्लम आती है, मैं एक्टिव मान लो पंजाबी का क्लब ठोकन लग पेंदे है कि बैकअप कर दो कि कंपटीटर बन जाएगा, एक बार लड़ेगा, दो बार लड़ेगा, चार बार हट जाता पीछे, जस्ट लाइक एज मी। आप हटे हुए नहीं लगते हो। आप तो मतलब आपका तो एटीट्यूड अप्रोच मंत्री जैसा है। श्री दुर्गा मंदिर साहब पग बन के गए ना, बहुत अच्छा, सर ने लाइक किया, सारे पसंद कर रहे। मेरी मदर को मेरी बहन ने फोटो भेजी और मेरी मदर ने वो व्हाट्सएप पे मेरी मदर ने रिप्लाई किया, ये बिल्कुल राहुल जैसा लगता है। सब स्टेट से घूम के निकला हूँ, स्टेट के बारे में अलग अलग चीजें